ਸਿੰਪਲੀ ਗ੍ਰੇਟਸ। ਜੀ ਹਾਂ, ਜਿਵੇਂ ਇਹ ਨਾਮ ਬੜਾ ਸਿੱਧਾ ਸਾਦਾ ਜਿਹਾ ਹੈ, ਉੱਥੇ ਇਸ ਦੇ ਨਾਂ ਦੇ ਪਿੱਛੇ ਇੱਕ ਬੜੀ ਵੱਡੀ ਕਹਾਣੀ ਵੀ ਹੈ ਕਿ ਉਹ ਲੋਕ ਜਿਹੜੇ ਕਿ ਬਹੁਤ ਵੱਡੇ ਕਾਰਨਾਮੇ ਕਰ ਗੁਜ਼ਰਦੇ ਹਨ ਇਸ ਦੁਨੀਆ ਦੇ ਉੱਤੇ, ਉਹਨਾਂ ਨੂੰ ਸਮਰਪਿਤ ਹੈ ਪੰਜਾਬ ਸਟਾਰ ਟੀਵੀ ਦੀ ਇਹ ਪੇਸ਼ਕਸ਼ ਸਿੰਪਲੀ ਗ੍ਰੇਟਸ। ਤੇ ਅੱਜ ਦੇ ਇਸ ਸਿੰਪਲੀ ਗ੍ਰੇਟਸ ਦੇ ਵਿੱਚ ਇੱਕ ਗੱਲ ਆਖੀ ਜਿਵੇਂ ਜਾਂਦੀ ਹੈ ਕਿ ਆਮ ਆਦਮੀ ਦੀ ਇੱਕ ਖਾਸ ਕਹਾਣੀ ਵਰਗੀ ਗੱਲ ਜਿਹੜੀ ਹੈ ਉਹ ਹੈ ਇੱਕ ਅਜਿਹੀ ਸ਼ਖਸੀਅਤ ਦੇ ਬਾਰੇ ਜਿਨ੍ਹਾਂ ਨੂੰ ਅੱਜ ਅਸੀਂ ਤੁਹਾਡੇ ਰੂਬਰੂ ਕਰਵਾ ਰਹੇ ਹਾਂ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਨਹੀਂ ਸਗੋਂ ਕਈ ਸੰਸਥਾਵਾਂ ਹਨ ਔਰ ਉਹਨਾਂ ਦਾ ਜਿਹੜਾ ਯੋਗਦਾਨ ਹੈ ਇਸ ਸਮਾਜ ਦੇ ਭਲਾਈ ਦੇ ਖੇਤਰ ਦੇ ਵਿੱਚ, ਸੱਭਿਆਚਾਰ ਜਾਂ ਸਿਆਸਤ ਜਾਂ ਤੁਸੀਂ ਕਹਿ ਲਓ ਕਿ ਕੋਈ ਵੀ ਜਿਹੜਾ ਕੰਮ ਜਿਸ ਦੇ ਵਿੱਚ ਮਨੁੱਖੀ ਸੇਵਾ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਉਹ ਸਦਾ ਜਿਹੜੇ ਲੀਨ ਰਹਿੰਦੇ ਨੇ ਔਰ ਆਪਣੇ ਕੰਮਾਂ ਕਾਰਾਂ ਪਰਿਵਾਰਾਂ ਨੂੰ ਪਾਲਣ ਦੇ ਨਾਲ ਨਾਲ ਜੇਕਰ ਕੋਈ ਅਜਿਹਾ ਕੰਮ ਕਰਦਾ ਹੋਵੇ ਤਾਂ ਮੇਰੇ ਖਿਆਲ ਦੇ ਵਿੱਚ ਉਸ ਸ਼ਖਸ ਦੇ ਅੱਗੇ ਜਿੱਥੇ ਕੋਈ ਵੀ ਉਹਦੀ ਜਿਹੜੀ ਜਾਣ ਪਹਿਚਾਣ ਜਾਂ ਉਹਨਾਂ ਦੇ ਬਾਰੇ ਦੱਸਣਾ ਜਿਹੜਾ ਹੈ ਜਾਂ ਇੰਟਰੋਡਕਸ਼ਨ ਦੇਣੀ ਬਹੁਤ ਛੋਟੀ ਗੱਲ ਲੱਗਦੀ ਹੈ। ਸਿਰਫ ਅਸੀਂ ਸਿਜਦਾ ਹੀ ਉਹਨਾਂ ਨੂੰ ਕਰ ਸਕਦੇ ਹਾਂ। ਅਤੇ ਅੱਜ ਦਾ ਇਹ ਜਿਹੜਾ ਸਿਜਦਾ, ਅੱਜ ਦਾ ਜਿਹੜਾ ਇਹ ਰੂਬਰੂ ਹੈ ਸਿੰਪਲੀ ਗ੍ਰੇਟਸ ਦੇ ਵਿੱਚ, ਉਹ ਅਸੀਂ ਕਰਨ ਜਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਜੋ ਕਿ ਮੇਰੇ ਲਈ ਬੜੇ ਖਾਸ ਨੇ, ਕਿਉਂਕਿ ਮੈਂ ਉਹਨਾਂ ਦੇ ਨਾਲ ਪਿਛਲੇ 22-23 ਸਾਲਾਂ ਤੋਂ ਜੁੜਿਆ ਹੋਇਆ ਜਦੋਂ ਦਾ ਕੈਨੇਡਾ 'ਚ ਆਇਆ। ਅਤੇ ਉਹ ਕੀ ਕਰਦੇ ਹਨ, ਕੀ ਉਹਨਾਂ ਦਾ ਜਿਹੜਾ ਤਾਰੁਫ ਹੈ, ਉਹ ਤੁਸੀਂ ਜਿਉਂ-ਜਿਉਂ ਇੰਟਰਵਿਊ ਜਿਉਂ-ਜਿਉਂ ਅੱਜ ਦੀ ਗੱਲਬਾਤ ਦੇਖੋਗੇ ਤੁਹਾਨੂੰ ਬਿਲਕੁਲ ਪਤਾ ਲੱਗ ਜਾਏਗਾ। ਔਰ ਇਸ ਪ੍ਰੋਗਰਾਮ ਨੂੰ ਤੁਸੀਂ ਅਖੀਰ ਤੱਕ ਦੇਖਣਾ ਔਰ ਤੁਸੀਂ ਜ਼ਰੂਰ ਜਿਹੜਾ ਜਿੱਥੇ ਰੌਚਕ ਜਾਣਕਾਰੀ ਤੁਹਾਨੂੰ ਮਿਲੇਗੀ ਉੱਥੇ ਜੀਵਨ ਦੀ ਇੱਕ ਸੇਧ ਵੀ ਮਿਲੇਗੀ। ਸੋ ਅੱਜ ਦੀ ਗੱਲਬਾਤ ਕਰਨ ਦੇ ਲਈ ਮੈਂ ਬੜੇ ਹੀ ਸਤਿਕਾਰ ਦੇ ਨਾਲ ਜੀ ਆਇਆਂ ਆਖ ਰਿਹਾ ਸਾਡੇ ਬਹੁਤ ਹੀ ਸਤਿਕਾਰਤ ਸ਼ਖਸੀਅਤ ਸਰਦਾਰ ਦਰਸ਼ਨ ਸਿੰਘ ਬਿਲਖੂ ਜੀ ਨੂੰ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਜਿੱਥੇ ਆਪਣੇ ਦਰਸ਼ਕਾਂ ਨੂੰ ਬਿਲਖੂ ਸਾਹਿਬ ਤੁਹਾਡੇ ਬਾਰੇ ਮੈਂ ਕੀ ਦੱਸਾਂ, ਕਿਉਂਕਿ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਇੰਸਟੀਟਿਊਸ਼ਨ ਨਹੀਂ, ਤੁਸੀਂ ਤਾਂ ਕਈ ਇੰਸਟੀਟਿਊਸ਼ਨ ਹੋ, ਇੱਕ ਦਰ ਇੱਕ। ਸੋ ਮੈਂ ਆਪਣੇ ਦਰਸ਼ਕਾਂ ਨੂੰ ਸਿਰਫ ਇੰਨੀ ਇੱਕ ਤਾਰੁਫ ਦੇ ਨਾਲ ਗੱਲਬਾਤ ਸ਼ੁਰੂ ਕਰਾਂਗਾ ਕਿ ਸਮਾਜ ਭਲਾਈ ਦੇ ਖੇਤਰ ਦੇ ਵਿੱਚ ਇੱਕ ਸੰਸਥਾ ਹੈ ਜੀ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਕਿ ਮਸ਼ਹੂਰ ਹੈ। ਅਸੀਂ ਵੀ ਉਸ ਸੰਸਥਾ ਦੇ ਨਾਲ ਜੁੜੇ ਹੋਏ ਹਾਂ ਜਿਸ ਦਾ ਨਾਮ ਹੈ ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਆਫ ਕੈਨੇਡਾ। ਸੋ ਉਸ ਸੰਸਥਾ ਦੇ ਬਾਨੀ ਜਿਹਨੂੰ ਫਾਊਂਡਰ ਕਹਿੰਦੇ ਆ, ਅਤੇ ਅੱਜ ਕੱਲ੍ਹ ਐਡਵਾਈਜ਼ਰ ਦਾ ਰੋਲ, ਔਰ ਇਸ ਸੰਸਥਾ ਨੂੰ ਆਪਣੀ ਜਿਵੇਂ ਕਹਿੰਦੇ ਉਂਗਲ ਫੜ ਕੇ 20-22 ਸਾਲਾਂ ਦਾ ਸਫ਼ਰ ਜਿਹੜਾ ਤੈਅ ਕਰਵਾਉਣ ਵਾਲਾ ਇੱਕ ਜਿਹੜਾ ਸ਼ਖਸ ਹੈ ਉਹ ਹੈ ਦਰਸ਼ਨ ਸਿੰਘ ਬਿਲਖੂ। ਸੋ ਬਿਲਖੂ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਅੱਜ ਕਿਉਂਕਿ ਤੁਹਾਡੇ ਬਾਰੇ ਗੱਲਬਾਤ ਹੋਣੀ ਹੈ ਜੀ, ਸੋ ਤੁਸੀਂ ਪਿਛੋਕੜ ਤੋਂ ਸ਼ੁਰੂ ਕਰਾਂਗਾ ਜੀ ਮੈਂ ਤੁਹਾਡੇ ਕੋਲੋਂ। ਤੁਹਾਡਾ ਜਨਮ ਕਿੱਥੇ ਹੋਇਆ ਅਤੇ ਫਿਰ ਅਗਲਾ ਸਫ਼ਰ ਦੇ ਉੱਤੇ ਗੱਲ ਕਰਦੇ ਹਾਂ। ਮੇਰਾ ਜਨਮ ਜੀ ਹੋਇਆ ਯੂਗੰਡਾ ਦੇ ਵਿੱਚ, ਅਫਰੀਕਾ। ਅੱਛਾ ਜੀ। ਕੰਪਾਲੇ ਦੇ ਵਿੱਚ ਜੀ, ਜਿਹੜਾ ਕਿ ਟਾਊਨ ਉੱਥੇ ਛੋਟਾ ਹੈਗਾ ਮੈਂਗੋ ਕਰਕੇ, ਜਿੱਥੇ ਕਿ ਸਾਰੇ ਕਿੰਗਡਮਸ਼ਿਪ ਰਾਜੇ ਸਾਰੇ ਉਸ ਏਰੀਏ 'ਚ ਰਹਿੰਦੇ। ਅੱਛਾ ਜੀ। ਅਤੇ ਉੱਥੇ ਸਾਡੇ ਆਪਣੇ ਟਰਾਂਸਪੋਰਟੇਸ਼ਨ ਬਿਜ਼ਨਸ ਸੀਗਾ ਜੀ। ਅਤੇ ਜਿਹੜੇ ਜਾਣ ਪਛਾਣ ਵਾਲੇ ਹੈਗੇ ਸਭ ਜਾਣਦੇ ਆ ਯੂਗੰਡਾ ਦੇ ਵਿੱਚ। ਇੱਥੇ ਉੱਥੇ ਵੀ ਗੁਰੂ ਘਰ ਦੀ ਜਿਹੜੀ ਸੇਵਾ ਕਰਾਈ ਸੀ ਮੇਰੇ ਫਾਦਰ ਦੇ ਨਾਲ, ਉਹਨਾਂ ਦਾ ਨਾਂ ਸਰਦਾਰ ਪਰਗਟ ਸਿੰਘ ਸੀਗੇ ਜੀ। ਸਾਨੂੰ ਸਾਰੇ ਬੱਸਾਂ ਵਾਲੇ ਕਹਿੰਦੇ ਸੀਗੇ। ਅੱਛਾ, ਟਰਾਂਸਪੋਰਟਰ ਸੀ। ਟਰਾਂਸਪੋਰਟਰ, ਬੱਸਾਂ ਚੱਲਦੀਆਂ ਸੀਗੀਆਂ ਜੀ, ਸ਼ਿਪ ਵੀ ਚੱਲਦੇ ਸੀ, ਕਈ ਜੁਗਾੜ ਸੀਗਾ, ਪਰ ਜ਼ਿਆਦਾ ਬੱਸਾਂ ਵਾਲੇ ਦੇ ਨਾਂ ਤੋਂ ਪਛਾਣ ਸੀਗੇ। ਅਤੇ ਮੈਨੂੰ ਉੱਥੇ ਦਰਸ਼ੀ ਜ਼ਿਆਦਾ ਕਰਦੇ ਸੀਗੇ ਜੀ। ਦਰਸ਼ਨ ਸਿੰਘ ਬਿਲਖੂ ਇੱਥੇ ਆਣ ਕੇ, ਕਿਉਂਕਿ ਇੱਥੇ ਲਾਸਟ ਚੱਲਦਾ ਨਾ, ਤਾਂ ਇਸ ਕਰਕੇ ਬਿਲਖੂ ਲਾਉਣਾ ਪਿਆ। ਨਹੀਂ ਤਾਂ ਦਰਸ਼ੀ ਅਤੇ ਦਰਸ਼ਨ ਭਾਈ ਕਹਿੰਦੇ ਹੁੰਦੇ ਜਿਹੜੇ ਗੁਜਰਾਤੀ ਹੁੰਦੇ ਸੀਗੇ ਜੀ। ਅਤੇ ਬਾਕੀ ਸਾਡੇ ਤਾਂ ਦਰਸ਼ੀ ਕੋਈ ਜਿਹੜੀਆਂ ਸਿਆਣੀ ਲੇਡੀਜ਼ ਹੁੰਦੀਆਂ, ਕਾਕਾ ਦਰਸ਼ਨਾ ਹੋ ਰਿਹਾ, ਇੱਦਾਂ ਮੇਰੇ ਪਤਾ ਨਹੀਂ ਕਿੰਨੇ ਨਾਂ ਪਾਉਂਦੇ ਸੀਗੇ। ਸੋ ਤੁਹਾਡੇ ਮਾਤਾ ਜੀ ਦਾ ਨਾਮ ਕੀ ਸੀਗਾ ਜੀ? ਮੇਰੀ ਮਾਤਾ ਜੀ ਦੀ ਜਿਹੜੀ ਸਟੈਪ ਮਦਰ, ਉਹਨਾਂ ਦਾ ਨਾਂ ਸੀ ਰਤਨ ਕੌਰ ਜੀ। ਠੀਕ ਹੈ। ਅਤੇ ਮੇਰੀਆਂ ਸਟੈਪ 8 ਸਿਸਟਰਾਂ ਜੀ ਅਤੇ 2 ਬ੍ਰਦਰ ਆ। ਵਾਹ ਜੀ ਵਾਹ, ਬੜਾ ਲੰਮਾ ਲਾਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅਤੇ ਬਾਕੀ ਇਹ ਆ ਕਿ ਸਾਰੇ ਇੰਗਲੈਂਡ ਨੇ ਜੀ, ਲੰਡਨ 'ਚ ਨੇ, ਅਤੇ ਮੈਂ ਇੱਥੇ ਹਾਂ ਇਕੱਲਾ। ਇੱਥੇ ਮੈਂ ਤਾਂ ਮੇਰੇ ਘਰੋਂ ਮਿਸਿਸ ਨਿਰਮਲ ਕੌਰ ਬਿਲਖੂ ਜੀ, ਅਤੇ ਜਿਹੜੀ ਕਿ ਸਬ ਇੰਸਪੈਕਟਰ ਸੀਗੀ ਦਿੱਲੀ ਪੁਲਿਸ ਦੇ ਵਿੱਚ ਜੀ, ਅਤੇ NCC ਦੀ ਆਰਮੀ ਦੀ ਸੀਗੀ ਕਰਨਲ ਜੀ। ਉਹਨਾਂ ਨਾਲ ਸ਼ਾਦੀ ਕਰਾ ਕੇ ਅਤੇ ਐਸੇ ਸਾਡੇ ਤਿੰਨ ਬੱਚੇ ਆ। ਮੈਂ ਬਿਲਕੁਲ ਜੀ, ਮੈਂ ਆ ਰਿਹਾ, ਉੱਧਰ ਵੀ ਆ ਰਿਹਾ, ਮੈਂ ਉਹਨਾਂ ਦੀ ਵੀ ਗੱਲ ਕਰਾਂਗਾ। ਲੇਕਿਨ ਇਸ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਹੋਰ ਪਿੱਛੇ ਜੇਕਰ ਝਾਤ ਮਾਰਾਂ, ਤੁਸੀਂ ਜ਼ਿਕਰ ਕੀਤਾ ਕਿ ਕੰਪਾਲਾ ਦੀ ਗੱਲ ਕੀਤੀ, ਔਰ ਕੰਪਾਲਾ ਜਿਹੜਾ ਅੱਜ ਕੱਲ੍ਹ ਇੱਕ ਬੜੀ ਵੱਡੀ ਮੈਟਰੋ ਸਿਟੀ ਹੈ, ਬਹੁਤ ਵੱਡਾ ਸ਼ਹਿਰ ਹੈ, ਔਰ ਯੂਗਾਂਡਾ ਦੇ ਵਿੱਚ, ਔਰ ਖ਼ਾਸ ਤੌਰ 'ਤੇ ਮੈਂਗੋ ਦਾ ਤੁਸੀਂ ਜ਼ਿਕਰ ਕੀਤਾ। ਮੈਂਗੋ ਦੇ ਵਿੱਚ ਮੈਂਗੋ ਜਿਹੜਾ ਸ਼ਹਿਰ ਹੈ ਜੀ, ਜੇਕਰ ਕੰਪਾਲਾ ਦੇ ਨਾਲ ਸੰਬੰਧਿਤ ਲੋਕ ਸਾਡੇ ਦਰਸ਼ਕ ਜਾਣਦੇ ਹੋਣਗੇ, ਤੁਸੀਂ ਗੂਗਲ ਵੀ ਕਰਕੇ ਦੇਖ ਲਿਓ, ਉੱਥੇ ਵੱਖ-ਵੱਖ 7 ਕੇ
6 ਕਿ 7 ਪਹਾੜੀਆਂ ਨੇ ਔਰ ਮੈਂਗੋ ਇਜ਼ ਵਨ ਆਫ ਦੈਟ ਸਿਟੀ, ਇੱਕ ਜਿਹੜਾ ਉਹ ਮਾਊਂਟੇਨੀਅਸ ਜਿਹੜਾ ਏਰੀਆ, ਇੱਕ ਸਪੈਸ਼ਲ ਜਿਹਨੂੰ ਆਪਾਂ ਪੌਸ਼ ਏਰੀਆ ਕਹਿ ਦਿੰਦੇ ਹਾਂ, ਜਿੱਥੇ ਕਿ ਪ੍ਰੈਜ਼ੀਡੈਂਟ ਦਾ ਜਿਹੜਾ ਪੈਲੇਸ ਜਾਂ ਕਿੰਗਸ ਪੈਲੇਸ ਕਿੰਗ ਦੇ ਪੈਲੇਸ ਸੀਗੇ ਸਾਰੇ ਜੀ। ਸੋ ਇੱਕ ਜਿਹੜਾ ਹੁੰਦਾ ਜੀ, ਇੱਕ ਤਾਂ ਹੁੰਦਾ ਇਮੀਗ੍ਰੇਸ਼ਨ, ਬੰਦਾ ਲੈ ਕੇ ਕਿਤੋਂ ਕਿਤੇ ਆਉਂਦਾ, ਤੁਸੀਂ ਉੱਥੇ ਜਨਮੇ, ਓਬਵੀਅਸਲੀ ਬੜੇ ਲੰਬੇ ਸਮੇਂ ਤੋਂ ਤੁਹਾਡੇ ਪੇਰੈਂਟਸ ਜਿਹੜੇ ਹਨ ਜੀ ਉੱਥੇ ਰਹਿ ਰਹੇ ਸੀ, ਫਿਰ ਉੱਥੋਂ ਜਿਹੜਾ ਉੱਠ ਕੇ ਆਉਣ ਦਾ, ਕਿਤੇ ਹੋਰ ਜਾਣ ਦਾ ਜਿਹੜਾ ਸਬਬ, ਇਹਦੇ ਪਿੱਛੇ ਕੀ ਗੱਲ ਹੈ ਜੀ? ਤੁਹਾਨੂੰ ਕੈਨੇਡਾ ਜਾਂ ਤੁਹਾਡੇ ਭੈਣ ਭਰਾਵਾਂ ਨੂੰ ਇੰਗਲੈਂਡ ਜਾਂ ਇਹ ਕਹਿ ਲਓ ਕਿ ਯੁਗਾਂਡਾ ਕਿਉਂ ਛੱਡਣਾ ਪਿਆ ਜੀ? ਸਿਰਫ ਜੇ ਥੋੜੇ ਜਿਹੇ ਸ਼ਬਦਾਂ 'ਚ ਦੱਸਣਾ। ਯੁਗਾਂਡਾ ਜੀ ਉੱਥੇ ਮਿਲਟਰੀ ਦਾ ਰਾਜ ਹੋ ਗਿਆ, ਓਕੇ, ਤੇ ਉਹਨਾਂ ਨੂੰ ਸਿਖਾਇਆ ਗਿਆ, ਜਿਹੜਾ ਜਨਰਲ ਸੀਗਾ ਜੀ, ਥੋੜਾ ਅਕਲ ਦਾ ਕਮਜ਼ੋਰ ਸੀਗਾ ਜੀ, ਤੇ ਇਹਨਾਂ ਨੂੰ ਇੰਡੀਅਨਾਂ ਨੂੰ ਸਾਰਿਆਂ ਨੂੰ ਕੱਢੋ, 50 ਘੰਟੇ ਦਿੱਤੇ ਸੀਗੇ। ਅੱਛਾ ਜੀ, ਹਾਂਜੀ, 50,000 ਬੰਦਾ 50 ਘੰਟੇ ਦੇ ਵਿੱਚ ਚਲੇ ਜਾਓ, ਨਹੀਂ ਤਾਂ ਮੈਂ ਸ਼ੂਟ ਕਰਕੇ ਛੱਡ ਦੇ। ਓਕੇ, ਤੇ ਸ਼ੁਰੂਆਤ ਪੈਸੇ ਲੁੱਟਣੇ ਸਾਰੇ ਪਹਿਲਾਂ ਹੀ ਸ਼ੁਰੂ ਕਰਤੇ ਸੀ। ਉਹ ਕਾਰੋਬਾਰਾਂ ਦਾ ਫਿਰ ਕੀ ਬਣਿਆ ਜੀ? ਕਾਰੋਬਾਰ ਛੱਡ ਕੇ ਦੌੜੇ, ਬਸ ਆਪਣੀ ਜਾਨ ਬਚਾ ਕੇ ਜਾਨ ਬਚਾ ਕੇ ਜੀ। ਉਸ ਵੇਲੇ ਜਹਾਜ਼ਾਂ 'ਚ ਟਿਕਟਾਂ ਨਾ ਮਿਲਣ, ਕਿਸੇ ਪਾਸੇ ਜਿੱਦਾਂ ਇੱਥੇ ਕਰੋਲਾ ਚੱਲਦਾ ਉੱਦਾਂ ਉੱਥੇ ਤਾਂ ਕੋਈ ਟਿਕਟ ਨਹੀਂ, ਜਹਾਜ਼ ਬੰਦ ਕਰ ਲਏ, ਸੀਜ਼ ਕਰ ਲਏ। ਫਿਰ ਕੁਝ ਬਾਹਰਲੀਆਂ ਕੰਟਰੀਆਂ ਨੇ, ਜਿੱਦਾਂ ਇਜ਼ਰਾਈਲ ਸੀਗਾ, ਉਹਨਾਂ ਆਣ ਕੇ ਸਪੈਸ਼ਲ ਹੈਲਪ ਕੀਤੀ, ਆਣ ਕੇ ਗੱਲੇ ਚੁੱਕੇ, ਤਾਂ ਫਿਰ ਤਾਂ ਬਾਹਰ ਨਿਕਲੇ। ਇਥੋਪੀਆ ਦੇ ਵਿੱਚ ਕਾਫੀ ਮੇਰੀ ਕਨੈਕਸ਼ਨ ਸੀਗੇ, ਇਥੋਪੀਆ 에ਅਰਲਾਈਨ ਦੇ ਵਿੱਚੋਂ ਮੈਂ ਆਇਆ, ਬੈਠ ਕੇ ਕਹਿੰਦੇ ਨੇ ਸੀਟਾਂ ਤੇ ਬੈਠ ਕੇ ਵੀ ਲੋਕੇ ਬੰਦਾ ਜਾਂਦਾ ਕਿ ਪਤਾ ਨਾ ਲੱਗ ਜਾਵੇ ਮੈਂ ਪਲੇਨ ਤੇ ਬੈਠਾ ਹੈ। ਬਹੁਤ ਤੁਸੀਂ ਬੜੀ ਵੱਡੀ ਈਦੀ ਅਮੀਨ ਦੇ ਸ਼ਾਇਦ ਕਾਲ ਦੀ ਗੱਲ ਕਰ ਰਹੇ ਹੋ, ਜਦੋਂ ਜਿਹੜਾ ਈਦੀ ਅਮੀਨ ਨੇ ਉੱਥੇ ਆ ਕੇ ਰਾਜ ਸੰਭਾਲਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਈਦੀ ਅਮੀਨ ਦਾ ਸਾਲਾ ਉਹ ਸਾਡੀ ਕੰਪਨੀ 'ਚ ਕੰਮ ਕਰਦਾ ਸੀ। ਲੇਕਿਨ ਦੇਖੋ, ਜਦੋਂ ਕਹਿੰਦੇ ਨਾ ਕਿ ਮੈਂ ਤੁਹਾਡੀ ਗੱਲ ਬਿਲਕੁਲ ਨਾਲ ਸਹਿਮਤ ਹਾਂ ਕਿ ਇੱਕ ਕਿਸੇ ਇਨਸਾਨ ਦਾ ਸਟੂਪਿਡ ਫੈਸਲਾ ਜਿਹੜਾ ਹੈ ਜੀ, ਉਹ ਬਹੁਤ ਲੋਕਾਂ ਨੂੰ ਜਿਹੜਾ ਪ੍ਰਭਾਵਿਤ ਕਰਦਾ ਹੈ। ਸੋ ਇਹ ਨੁਕਸਾਨ ਜਿਹੜਾ ਉਸ ਵਕਤ ਹੋਇਆ, ਔਰ ਤਾਂ ਹੀ ਤੁਹਾਡੀ ਜਿਹੜੀ ਗੁਜਰਾਤੀ ਵੀ ਹੈ ਉਹ ਬੜੀ ਅੱਛੀ, ਤੁਸੀਂ ਗੁਜਰਾਤੀ ਬੋਲ ਲੈਂਦੇ ਹੋ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਇਹਨਾਂ ਦਾ ਜਿਹੜਾ ਕਾਰੋਬਾਰੀ ਔਰ ਜਿਹੜਾ ਲਿਹਾਜ਼ ਨਾਲ ਯੁਗਾਂਡਾ 'ਚ ਜਦੋਂ ਰਹਿੰਦੇ ਸੀ ਤਾਂ ਤੁਸੀਂ ਉਸ ਹਿਸਾਬ ਨਾਲ। ਹਾਂਜੀ, ਗੁਜਰਾਤੀਆਂ ਨਾਲ ਸਾਡੀ ਪਾਰਟਨਰਸ਼ਿਪ ਸੀਗੀ, ਤਾਂ ਗੁਜਰਾਤੀ ਬੋਲਣੀ ਪੈਂਦੀ। ਗੁਜਰਾਤੀ ਬੜੇ ਸਾਡੇ ਕੰਮ ਆਏ ਅਫਰੀਕਾ ਦੇ ਵਿੱਚ ਨਾ। ਜੀ ਜੀ ਜੀ। ਤੇ ਉਹ ਜਿਸ ਤਰ੍ਹਾਂ ਇੱਥੇ ਗੋਰੇ ਨਾਲ ਰੱਖੋ, ਲਿੰਕ ਰੱਖਣਾ ਪੈਂਦਾ ਨਾ, ਤੁਹਾਨੂੰ ਉਹਨਾਂ ਦੀ ਆਦਤ ਜਾਣਨੀ ਚਾਹੀਦੀ ਹੈ, ਤਾਂ ਤੁਸੀਂ ਉਹਨਾਂ ਨਾਲ ਲਿੰਕ ਰੱਖ ਸਕਦੇ ਹੋ। ਸੋ ਬਿਲਕੁਲ ਸਾਹਿਬ, ਜਦੋਂ ਅਸੀਂ ਫਿਰ ਕੈਨੇਡਾ ਦੀ ਗੱਲ ਕਰਦੇ ਹਾਂ ਆਪਾਂ, ਉਸ ਤੋਂ ਬਾਅਦ ਤੁਸੀਂ ਵਿਸਥਾਪਿਤ ਹੋ ਕੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉੱਥੋਂ ਉੱਠ ਕੇ ਤੁਸੀਂ ਕੈਨੇਡਾ ਆ ਜਾਂਦੇ ਹੋ, ਤਾਂ ਕੈਨੇਡਾ ਆਉਣ ਦਾ ਤੁਹਾਡਾ ਸਫ਼ਰ, ਕਿਉਂਕਿ ਉੱਥੇ ਇੱਕ ਕਾਰੋਬਾਰੀ ਤੇ ਇੱਥੇ ਆ ਕੇ ਤੁਹਾਨੂੰ ਨਵੇਂ ਸਿਰਿਓਂ ਸ਼ੁਰੂਆਤ ਕਰਨੀ, ਔਰ ਜਿਵੇਂ ਕਹਿੰਦੇ ਚੜ੍ਹਦੀ ਉਮਰ ਔਰ ਵਿਆਹ ਤੁਹਾਡਾ, ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ, ਤੁਸੀਂ ਦੱਸਿਆ ਸੀਗਾ ਉਹ ਹਜੇ ਹੋਇਆ ਹੀ ਸੀ ਵਿਆਹ ਤੁਹਾਡਾ, ਹੈ ਨਾ ਜੀ? ਸੋ ਉਹ ਥੋੜਾ ਜਿਹਾ ਦੱਸੋ ਕਿ ਕੈਨੇਡਾ ਆ ਕੇ। ਪਹਿਲਾਂ ਤਾਂ ਸਿੱਧੇ ਉੱਥੋਂ ਡਬਲ VIP ਸਿਸਟਮ, ਮੈਨੂੰ ਥੈਂਕਸ ਕਰਦਾ ਮੈਂ ਟਰੂਡੋ ਫੈਮਿਲੀ ਨੂੰ ਪਹਿਲਾਂ ਤੋਂ, ਕਿਉਂਕਿ ਉਹਨਾਂ ਨੇ ਮੈਨੂੰ ਸਪੈਸ਼ਲ VIP ਦੇ ਦਿੱਤਾ ਸੀ ਡਿਪਲੋਮੈਟਿਕ, ਇਹਨਾਂ ਦੇ ਫਾਦਰ ਸਾਹਿਬ ਦੇ ਟਾਈਮ ਤੇ। ਹਾਂ ਜੀ, ਇਹਨੇ ਫਾਦਰ ਸਾਹਿਬ ਨੇ ਮੈਨੂੰ ਡਿਪਲੋਮੈਟਿਕ ਬਣਾਤਾ ਸੀਗਾ। ਜੀ 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 ਜੀ। ਤੇ ਉਧਰੋਂ ਯੁਗਾਂਡਾ ਨੇ ਵੀ ਇਹ ਚੱਲਦੀ ਸੀਗੀ, ਤਾਂ ਉਹਨਾਂ ਨੇ ਵੀ ਡਿਪਲੋਮੈਟਿਕ ID ਦੇ ਦਿੱਤੀ, ਪਾਸਪੋਰਟ ਜਿੱਥੇ ਪਾਸਪੋਰਟ ਨਾ ਦੇਖਣ ਤਾਂ ਉਸੇ ਤਰ੍ਹਾਂ, ਕਿਉਂਕਿ ਮਿਲਟਰੀ ਵਾਲੇ ਜਿਹੜੇ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ, ਪਾਸਪੋਰਟ ਦੇਖ ਕੇ ਫੜ ਲੈਂਦੇ, ਅਰੈਸਟ ਕਰ ਲੈਂਦੇ ਆ। ਫਿਰ ID ਬਣਾਈ ਸਪੈਸ਼ਲ, ਉਹ ID ਦੇ ਉੱਤੇ ਚੱਲਦੀ ਸੀਗੀ, ਬਾਬੇ ਦੀ ਕਿਰਪਾ ਸੀਗੀ, ਅਫਰੀਕਾ ਪਹੁੰਚ ਗਏ ਕੈਨੇਡਾ ਜੀ। ਉਹ ਸਾਰੇ ਮੌੜ ਗਏ ਕੈਨੇਡਾ 'ਚ। ਫਿਰ ਉੱਥੇ ਜਿਹਨਾਂ ਨੂੰ ਮੈਂ ਉੱਥੇ ਬੇਟੀਆਂ ਨੂੰ ਲਵਾਇਆ ਸੀ, ਜਦ ਇਹਨਾਂ ਨੇ ਕੈਨੇਡਾ ਵਾਲੇ ਨੇ ਵੈਸੇ ਆਪਣੇ ਖੋਲ੍ਹੇ ਸੀ ਸਾਰੇ ਯੂਨਾਈਟਿਡ ਨੇਸ਼ਨ ਨੇ, ਤਾਂ ਉੱਥੇ ਉਹਨਾਂ ਨੇ ਕੰਮ ਬੱਚੇ ਜਿਹੜੇ ਲਵਾਏ ਹੋਏ ਸੀ, ਡਿਊਟੀ ਲਵਾਤੀ ਸੀ ਉੱਥੇ। ਤੇ ਉਹਨਾਂ ਬੱਚਿਆਂ ਨੇ ਮੇਰੀ ਤਿਆਰੀ ਕਰਕੇ ਕਹਿੰਦੇ ਅੰਕਲ ਜੀ ਹੁਣ ਤੁਸੀਂ ਜਾਓ, ਕਿਉਂਕਿ ਪ੍ਰੋਬਲਮ ਇਹ ਆ ਉਹਨਾਂ ਨੇ ਪਤਾ ਨਹੀਂ ਲੱਗ ਸਕਦਾ। ਸੋ ਬਿਲਕੁਲ ਸਾਹਿਬ, ਤੁਸੀਂ ਜਦੋਂ ਕੈਨੇਡਾ ਆ ਜਾਂਦੇ ਹੋ, ਚਲੋ ਆਪਣੀ ਜਾਨ ਬਚਾ ਕੇ ਆਏ ਜਾਂ ਜਿਵੇਂ ਵੀ ਤਰੀਕੇ ਹੀਲਾ ਵਸੀਲਾ ਕਰਕੇ ਆਏ, ਕੈਨੇਡਾ 'ਚ ਆ ਕੇ ਤੁਹਾਡੀ ਜ਼ਿੰਦਗੀ ਜਿਹੜੀ ਹੈ, ਹੁਣ ਤੁਹਾਨੂੰ ਕੈਨੇਡਾ 'ਚ ਸੁੱਖ ਨਾਲ, ਜੇ ਮੈਂ ਗਲਤ ਨਾ ਹੋਵਾਂ ਤਾਂ 50 ਸਾਲ ਤੋਂ ਉੱਤੇ ਕੈਨੇਡਾ 'ਚ, 50 ਦੇ ਕਰੀਬ ਸਾਲ ਹੋ ਗਏ ਕੈਨੇਡਾ 'ਚ ਰਹਿੰਦੇ, ਤਾਂ ਕਿੰਨੇ ਕੁ ਤਕਲੀਫਾਂ ਭਰੀ ਜਾਂ ਕਿੰਨੀ ਕੁ ਰੌਚਕ ਜਾਂ ਕਿੰਨੀ ਕੁ ਸੁਖਾਲੀ ਰਹੀ ਜੀ? ਜੇ ਮੈਂ ਤਕਲੀਫਾਂ ਦੀ ਗੱਲ ਕਰੂੰਗਾ ਨਾ, ਤਾਂ ਫਿਰ ਮੈਨੂੰ ਸੋਚਣਾ ਪੈਂਦਾ ਕਿ ਮੈਂ ਯਾਰ ਇੰਨਾ ਕੰਮ ਕੀਤਾ। ਆਪ ਜ਼ਿੰਦਗੀ 'ਚ ਕੀ ਹੁੰਦਾ, ਕਿਸੇ ਦੇ ਬੰਦਾ ਇੱਕਦਮ ਉੱਪਰੋਂ ਥੱਲੇ ਡਿੱਗਦਾ ਨਾ, ਤੇ ਉਹਦੇ ਸਾਰੇ ਹੋਸ਼ ਉੱਡ ਜਾਂਦੇ, ਡ੍ਰੀਮ ਟੁੱਟ ਜਾਂਦੇ ਨੇ, ਹੋਸ਼ ਉੱਡ ਜਾਂਦੇ। ਫਿਰ ਫੈਮਿਲੀ ਵੀ ਟੁੱਟ ਗਈ, ਫੈਮਿਲੀ ਵੀ ਵੱਖਰੇ ਹੋ ਗਏ, ਪੈਸਾ ਦਾ ਚੁੱਕਿਆ, ਗੱਫਾ ਮਾਰ ਲਿਆ ਕਿ ਇੱਧਰ ਨੂੰ ਨਾ ਜਾਓ ਕਿ ਸਾਨੂੰ ਦੇਣੇ ਨਾ ਪੈਣ, ਕਿਉਂਕਿ ਯੂਗੰਡੀਅਨ ਜਿਹੜੇ ਸੀਗੇ, ਤੁਸੀਂ ਯੂਗੰਡਾ 'ਚ ਬਿਜ਼ਨਸ ਉਹੀ ਕਰ ਸਕਦਾ ਜਿਹੜਾ ਯੂਗੰਡੀਅਨ ਹੋਵੇ ਪੂਰਾ। ਤੁਸੀਂ ਜਨਮ ਤੁਹਾਡਾ ਤਾਂ ਉੱਥੋਂ ਦਾ ਸੀ, ਉੱਥੇ ਦਾ, ਤੇ ਯੂਗੰਡੀਅਨਸ ਉਹੀ ਪ੍ਰਾਪਰਟੀ ਉਹ ਬਿਜ਼ਨਸ ਕਰ ਸਕਦਾ, ਬਾਕੀ ਇਹਨਾਂ ਨੂੰ ਉਹ ਨਹੀਂ ਦਿੰਦੇ ਵੀ ਤੁਸੀਂ ਬਿਜ਼ਨਸ ਹਾਂ ਰਹਿਣ, ਪਰ ਉਹ ਜਿੱਦਾਂ ਆਮ ਪਰਮਿਟ ਦੇ ਬੰਦੇ ਆਉਂਦੇ ਨੇ ਉਹ ਹਿਸਾਬ ਰਹੀ ਜਾਓ। ਬਸ ਇੱਦਾਂ ਖਿੱਚ ਕੇ ਫਿਰ ਜਦੋਂ ਇੰਡੀਆ ਆਇਆ ਤਾਂ ਕੁਝ ਯਾਰੀ ਦੋਸਤੀ ਜਿਹੜੀ ਪਹਿਲੀ ਬਣਾਈ ਸੀ ਲੋਕਾਂ ਨੇ ਨਾਲ ਇੰਡੀਆ 'ਚ, ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਹੈਲਪ ਕੀਤੀ,
ਅੱਛਾ, ਪਹਿਲਾਂ ਇੰਡੀਆ ਗਏ ਇੱਥੋਂ ਉੱਥੋਂ ਯੂਗਾਂਡਾ ਤੋਂ ਇੰਡੀਆ ਗਿਆ, ਇੰਡੀਆ ਤੋਂ ਫਿਰ ਕੈਨੇਡਾ ਪਹੁੰਚੇ, ਇੰਡੀਆ ਤੋਂ ਫਿਰ ਮੈਂ ਕੈਨੇਡਾ ਜਿਹੜੇ ਤੁਸੀਂ ਜਦੋਂ ਆਏ ਹੋ ਤਾਂ ਸ਼ੁਰੂਆਤ ਦੇ ਵਿੱਚ ਤੁਸੀਂ ਸਮਾਜ ਸੇਵਾ ਦੇ ਕੰਮਾਂ ਤਾਂ ਪਹਿਲੇ ਦਿਨ ਤੋਂ ਤੁਸੀਂ ਲੱਗੇ ਹੋਏ ਹੋ, ਤੇ ਕੈਨੇਡਾ ਚ ਆ ਕੇ ਤੁਸੀਂ ਕਿਹੜੇ ਸ਼ਹਿਰ ਚ ਆ ਕੇ ਰਹੇ ਤੇ ਕਿਹੜੀਆਂ ਸੰਸਥਾਵਾਂ ਚਲਾਈਆਂ? ਦਿੱਲੀ ਰਿਹਾ। ਨਹੀਂ, ਕੈਨੇਡਾ ਆ ਕੇ, ਦਿੱਲੀ ਤੋਂ ਭਾਰਤ ਤੋਂ ਕੈਨੇਡਾ ਚ ਆਣ ਕੇ ਤਾਂ ਜੀ ਪਹਿਲਾਂ ਮੈਂ ਕੀ ਤੁਹਾਨੂੰ ਦੱਸਾਂ, ਪਹਿਲਾਂ ਸਭ ਤੋਂ ਤਾਂ ਮੈਂ ਰਿਹਾ ਇੱਧਰ, ਕਿ ਪਹਿਲਾਂ ਰਿਹਾ ਡਾਊਨਟਾਊਨ ਟੋਰਾਂਟੋ, ਫਿਰ ਮੈਂ ਬਾਹਰ ਚਲਾ ਗਿਆ ਨਾਰਥ ਨਿਊ ਮਾਰਕੀਟ, ਠੀਕ ਹੈ, ਉੱਥੇ 2 ਸਾਲ ਮੈਂ ਇੱਥੇ ਰਿਹਾ, ਫਿਰ ਬਾਹਰ ਹੀ ਚਲਾ ਗਿਆ। ਤੇ ਉਦੋਂ ਦੇ ਤੁਸੀਂ ਬਾਹਰ? ਉਦੋਂ ਦੇ ਮੈਂ ਬਾਹਰ ਹੀ ਆ। ਫਿਰ ਮੈਂ ਉੱਥੇ ਕੀ ਕੀਤਾ, ਮੈਂ ਕਿ ਇੱਥੇ ਚੱਲਣ ਨਹੀਂ, ਜਿੱਦਾਂ ਉੱਥੇ ਅਫਰੀਕਾ ਦੇ ਨਾਲ ਰਲ ਕੇ ਕਰਦੇ ਸੀ ਨਾ, ਇਹਨਾਂ ਦੇ ਵਿੱਚ ਵੜ ਜਾਈਏ ਤਦੇ ਗੱਲ ਬਣ, ਬਿਲਕੁਲ ਭਾਈਚਾਰੇ ਦੇ ਨਾਲ ਮਿਲ ਕੇ। ਬੱਚੇ ਵੀ ਸਕੂਲ ਉੱਥੇ ਪੜ੍ਹਨ ਪੈ ਸੀਗੇ, ਤਾਂ ਵਾਈਫ ਦਾ ਬੜਾ ਸਾਥ ਸੀਗਾ, ਕਿਉਂਕਿ ਇਹ ਇੰਗਲਿਸ਼ ਵੀ ਜਾਣਦੀ, ਸਾਰਾ ਕੁਝ ਜਾਣਦੀ ਸੀ, ਮੇਰੇ ਨਾਲ ਜ਼ਿਆਦਾ ਪੜ੍ਹੀ ਲਿਖੀ ਹੈ, ਤੇ ਉਹ ਸਾਰਾ ਸਾਥ ਰਲ ਮਿਲ ਕੇ ਨਾ, ਕਿ ਇਹ ਇੰਡੀਆ ਸੀਗਾ ਜੇ ਪਹਿਲਾਂ, ਉਹ ਤੋਂ ਪਹਿਲਾਂ ਹੀ ਮੈਂ ਤਿਆਰੀ ਕਰ ਛੱਡੀ ਸੀ। ਮੈਂ ਇਹ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ, ਅਸੀਂ ਜਿਹੜੀਆਂ ਤੁਹਾਡੀ ਸੰਸਥਾਵਾਂ ਦੀ ਤੁਸੀਂ ਗੱਲ ਕਰ ਰਹੇ ਹੋ, ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਜਿਹੜੀਆਂ ਸੰਸਥਾਵਾਂ ਨੇ, 1 ਮਿੰਟ ਦੇ ਵਿੱਚ ਦੱਸੋ ਕਿ ਕਿਹੜੀ ਤੁਸੀਂ ਸੰਸਥਾ ਦੇ ਨਾਲ, ਜਿਵੇਂ ਸੌਕਰ ਕਲੱਬ ਦੀ ਤੁਸੀਂ ਗੱਲ ਕਰਦੇ ਹੁੰਦੇ ਹੋ, ਜਾਂ ਤੁਸੀਂ ਰੇਸ ਆਫ ਹੋਪ ਤੁਸੀਂ ਕਰਵਾਈ ਸੀ? ਸਭ ਤੋਂ ਪਹਿਲਾਂ ਮੈਂ ਸ਼ੁਰੂ ਕੀਤਾ ਨਿਊ ਮਾਰਕੀਟ 'ਚ ਸੌਕਰ ਖਿਲਾਉਣਾ, ਫੁੱਟਬਾਲ ਜਿਹਨੂੰ ਕਹਿੰਦੇ ਅਸੀਂ, ਠੀਕ ਹੈ ਜੀ। ਉਹ ਤੋਂ ਸ਼ੁਰੂ ਕੀਤਾ, ਇੱਦਾਂ ਦਾ ਕੰਟਰੈਕਟ ਕੀਤਾ ਕਿ ਚੰਗੇ ਮੇਰੇ ਕੰਟਰੈਕਟ ਬਣ ਗਏ। ਫਿਰ ਕਾਉਂਸਲਰਾਂ ਨਾਲ, ਫਿਰ ਮੈਂ ਟੈਰੀ ਫੌਕਸ ਆਫ ਮੈਰਾਥਨ ਵਾਸਤੇ ਹੋਪ ਰਨ ਕੀਤਾ, ਫੰਡ ਇਕੱਠਾ ਸ਼ੁਰੂ ਕੀਤਾ। ਅੱਛਾ ਜੀ। ਟੈਰੀ ਫੌਕਸ ਕੀ ਸੀਗਾ ਕਿ ਮੇਰੇ, ਉਹ ਕਹਿੰਦੇ ਹੁੰਦੇ ਨਾ, ਆਪਣੇ ਸਰੀਰ ਨਾਲ ਉੱਚਾ ਕੰਮ ਸੀ ਬਹੁਤ ਜ਼ਿਆਦਾ, ਇੰਗਲਿਸ਼ ਦਾ ਬਹੁਤ ਕੰਮ ਸੀਗਾ ਤਗੜਾ ਜੀ, ਤੇ ਉੱਥੋਂ ਮੈਂ ਜਾਣ ਲੈ ਕੇ ਫਿਰ ਆਪਣੀ ਐਸੋਸੀਏਸ਼ਨਾਂ ਸ਼ੁਰੂ ਕੀਤੀਆਂ। ਈਸਟ ਏਸ਼ੀਅਨ ਜਿਹੜੀ ਐਸੋਸੀਏਸ਼ਨ ਕਲਚਰ ਆ, ਉਹ ਇਹਨਾਂ ਨੂੰ ਸਿਖਾ ਲਿਆ ਈਸਟ, ਬਾਕੀ ਜਿਹਨੇ ਵੀ ਅਰੋੜੇ ਵਿੱਚ ਫੰਕਸ਼ਨ ਕੀਤੇ ਮਾੜੇ ਮੋਟੇ। ਨਾਲ ਦੀ ਨਾਲ ਫਿਰ ਮੈਂ ਲਾਇਨਸ ਕਲੱਬ ਦੇ ਵਿੱਚ ਚਲਾ ਗਿਆ, ਉਹਨਾਂ ਦਾ ਪ੍ਰੈਜ਼ੀਡੈਂਟ ਬਣਿਆ ਲਾਇਨਸ ਕਲੱਬ ਦਾ, ਬਾਹਰ ਸ਼ਹਿਰੋਂ ਸਾਰੇ। ਬਹੁਤ ਅੱਛਾ। ਇੱਦਾਂ ਕਰਦੇ ਮੈਂ ਪਹੁੰਚ ਰਿਹਾ, ਮੈਨੂੰ ਇੱਥੇ ਤੱਕ ਨਹੀਂ ਪਤਾ, ਫਿਰ ਮੈਂ ਹਸਪਤਾਲਾਂ ਵਾਸਤੇ ਫੰਡ ਰੇਜ਼ ਸ਼ੁਰੂ ਕਰ ਦਿੱਤਾ, ਤੇ ਉਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਜੀ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਿੰਪਲੀ ਗ੍ਰੇਟਸ ਦੇ ਵਿੱਚ ਅਸੀਂ ਸਰਦਾਰ ਦਰਸ਼ਨ ਸਿੰਘ ਬਿਲਖੂ, ਜਿਹੜੇ ਕਿ ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਆਫ ਕੈਨੇਡਾ ਦੇ ਬਾਨੀ ਹਨ ਅਤੇ ਐਡਵਾਈਜ਼ਰ ਹਨ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਵਾਪਸ ਆਉਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਿੰਪਲੀ ਗ੍ਰੇਟਸ ਦੇ ਵਿੱਚ ਇੱਕ ਵਾਰੀ ਫਿਰ ਆਪ ਜੀ ਦਾ ਨਿੱਘਾ ਸਵਾਗਤ। ਅੱਜ ਦੀ ਗੱਲਬਾਤ ਅਸੀਂ ਦਰਸ਼ਨ ਸਿੰਘ ਬਿਲਖੂ ਹੋਰਾਂ ਦੇ ਨਾਲ ਕਰ ਰਹੇ ਹਾਂ, ਜਿਹੜੇ ਕਿ ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਆਫ ਕੈਨੇਡਾ ਦੇ ਬਾਨੀ ਹਨ, ਐਡਵਾਈਜ਼ਰ ਹਨ, ਅਤੇ ਇਸ ਦੇ ਨਾਲ ਬਹੁਤ ਸਾਰੀਆਂ ਹੋਰ ਸੰਸਥਾਵਾਂ ਜਿੱਥੇ ਇਹਨਾਂ ਨੇ ਸ਼ੁਰੂ ਕੀਤੀਆਂ ਔਰ ਬਾਖੂਬੀ ਉਹਨਾਂ ਨੂੰ ਲੰਬੇ ਸਮੇਂ ਤੱਕ ਚਲਾਇਆ, ਔਰ ਬਹੁਤ ਸਾਰੀਆਂ ਸੰਸਥਾਵਾਂ ਅੱਜ ਵੀ ਚੱਲ ਰਹੀਆਂ ਨੇ, ਚਾਹੇ ਉਹ ਕੈਨੇਡਾ ਦਾ ਟੋਰਾਂਟੋ ਦਾ ਇਲਾਕਾ ਹੋਵੇ, ਓਨਟਾਰੀਓ ਪ੍ਰੋਵਿੰਸ ਹੋਵੇ, ਜਾਂ ਉਹ ਭਾਰਤ ਹੋਵੇ। ਸੋ ਮੈਂ ਦਰਸ਼ਨ ਸਿੰਘ ਬਿਲਖੂ ਜੀ ਤੁਹਾਡਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦਾ ਜੀ ਸਿੰਪਲੀ ਗ੍ਰੇਟਸ। ਜੀ ਆਇਆਂ ਨੂੰ। ਸੋ ਤੁਸੀਂ ਗੱਲ ਕਰ ਰਹੇ ਸੀ ਆਪਣੇ ਕੈਨੇਡਾ ਦੇ ਸਫ਼ਰ ਬਾਰੇ। ਤੁਸੀਂ ਉਸ ਤੋਂ ਬਾਅਦ ਫਿਰ ਜਿਹੜੀ ਗੁਰੂ ਨਾਨਕ ਫਾਊਂਡੇਸ਼ਨ ਹੈ, ਹਸਪਤਾਲਾਂ ਲਈ ਫੰਡ ਰੇਜ਼ ਕਰਨ ਦੀ ਜਦੋਂ ਗੱਲ ਹੈ, ਕਾਰ ਰੈਲੀ ਦਾ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ? ਇਹ ਕਾਰ ਰੈਲੀ ਤਾਂ ਬੜੀ ਜਿਹੜੀ ਹੈ ਬੜੀ ਨਵੇਕਲੀ, ਖਾਸ ਤੌਰ ਤੇ ਪੰਜਾਬੀਆਂ ਲਈ ਤਾਂ ਬੜੀ ਨਵੀਂ ਚੀਜ਼ ਸੀ ਜੀ। ਇਹ ਕਾਰਾਂ ਰੈਲੀ ਹੈ ਨਾ ਜੀ, ਸਾਡੇ ਸਰਦਾਰ ਸੀਗੇ ਜੋਗਿੰਦਰ ਸਿੰਘ ਤੇ ਜਸਵੰਤ ਸਿੰਘ ਦੇ ਸਰਦਾਰ, ਉਹਨਾਂ ਨੇ ਚੈਂਪੀਅਨਸ਼ਿਪ ਜਿੱਤੀ ਸੀ ਇੰਟਰਨੈਸ਼ਨਲ ਅਫਰੀਕਾ ਦੇ ਵਿੱਚ। ਹਰ ਸਾਲ ਅਪ੍ਰੈਲ ਨੂੰ ਕਾਰਾਂ ਦੀ ਰੈਲੀਆਂ ਹੁੰਦੀਆਂ, ਮੈਂ ਵੀ ਪਾਰਟਿਸਿਪੇਸ਼ਨ ਕੀਤਾ। ਤੁਸੀਂ ਬਿਲਕੁਲ। ਉਹ ਪਾਰਟਿਸਿਪੇਸ਼ਨ ਤੋਂ ਬਾਅਦ ਵਿੱਚ ਮੈਂ ਸੋਚਿਆ ਕੈਨੇਡਾ 'ਚ ਆਣ ਕੇ ਨਾ, ਇੱਥੇ ਕਾਰਾਂ ਸਾਰਿਆਂ ਕੋਲ ਹੈਗੀਆਂ, ਤੇ ਕਮ ਸੇ ਕਮ ਕੋਈ ਯੂਥ ਨੂੰ ਐਸਾ ਕੰਮ ਲਾਈਏ ਕਿ ਜਿਹੜੇ ਪਿੱਛੇ ਲੱਗੇ ਰਹਿਣ। ਤੇ ਫਿਰ ਮੈਂ ਆਪ ਇੱਥੇ ਰੈਲੀ ਆਣ ਕੇ ਕੀਤੀਆਂ ਕੈਨੇਡਾ, ਪਹਿਲਾਂ ਪਾਰਟਿਸਿਪੇਸ਼ਨ ਕੀਤੀ ਵਿਨਿਪੈਗ ਜਾ ਕੇ ਇੱਥੋਂ। ਅੱਛਾ ਜੀ। ਤੇ ਉਹ ਫਿਰ ਕਿਉਂਕਿ ਮੈਨੂੰ ਲਾਇਸੈਂਸ ਨਹੀਂ ਸੀ ਦਿੰਦੇ ਪਈ, ਤੂੰ ਇਹ ਅੰਗਰੇਜ਼ਾਂ ਨੇ ਸਮਝਦੇ ਵੀ ਇਹਨੂੰ ਕੀ ਰੈਲੀਆਂ ਦਾ ਕੀ ਪਤਾ ਇਸ ਤੁਹਾਡੇ ਕੋਲ। ਤੁਹਾਨੂੰ ਫਿਰ ਇਹ ਜਿਹੜੇ ਉਹਨਾਂ ਨੇ ਇੰਗਲੈਂਡ ਦਾ ਆਈਸੀ ਜਿਹੜਾ ਲਾਇਸੈਂਸ ਦਿਖਾ ਲਿਆ, ਉਹ ਮੇਰੇ ਹੈਰਾਨ ਹੋ ਗਿਆ ਦੇਖ ਕੇ ਵੀ ਯਾਰ ਇਹ ਵਾਕਈ ਡਰਾਈਵਰ ਰੈਲੀਆਂ ਵੀ ਰੈਲਿਸਟ ਹੈਗਾ ਜੀ। ਸੋ ਤੁਸੀਂ ਇਹ ਜਿਹੜੀ ਗੁਰੂ ਨਾਨਕ ਫਾਊਂਡੇਸ਼ਨ ਹੈ, ਇਹ ਜਿਹੜੀ ਹੈ 1999 ਜਦੋਂ 300 ਸਾਲਾ ਸੀਗਾ ਸਿੱਖਾਂ ਦਾ, ਜਿਹਨੂੰ ਆਪਾਂ ਕਹਿ ਦਿੰਦੇ ਆ ਸਿੱਖ ਪੰਥ ਖਾਲਸਾ ਜਦੋਂ ਸਾਜਿਆ ਗਿਆ ਸੀ, ਉਦੋਂ ਤੁਸੀਂ ਇਹਦੀ ਉਦਘਾਟਨ ਕੀਤਾ। ਮੈਨੂੰ ਯਾਦ ਹੈ ਕਿ ਉਹ ਪਹਿਲੀ ਗੁਰੂ ਨਾਨਕ ਕਾਰ ਰੈਲੀ ਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਤੁਹਾਡੇ ਨਾਲ ਭਾਗ ਲੈਣ ਦਾ। ਉਸ ਤੋਂ ਬਾਅਦ ਇਹ ਹਸਪਤਾਲ ਲਈ ਫੰਡ ਰੇਜ਼ ਦਾ ਕਿਵੇਂ ਚੱਲਿਆ ਸਿਲਸਿਲਾ ਜੀ? ਮੈਂ ਇਹ ਸੋਚਿਆ ਕਿਉਂਕਿ ਕੋਈ ਐਸਾ ਵੀਕ ਪੁਆਇੰਟ ਲਈਏ ਜਿਹਦੇ ਪਿੱਛੇ ਪਬਲਿਕ ਨਾਲ ਲੱਗ ਜਾਵੇ, ਕਿਉਂਕਿ ਮਤਲਬ ਕੋਈ ਐਸੀ ਗੱਲ ਹੋਵੇ ਨਾ ਤਾਂ ਬੰਦੇ ਨੂੰ ਲਾਜਿਕ ਲੱਗਦਾ ਕਿ ਵਾਕਈ ਇਹ ਫੰਡ ਅੱਛਾ ਠੀਕ ਕਰ ਰਿਹਾ ਕੰਮ। ਤੇ ਸੱਚਾਈ ਨਾਲ ਇਹ ਰੱਖਿਆ ਕਿ ਹਰ ਪੈਸਾ ਬਣਾਉਣ ਨੂੰ ਬਣ ਜਾਂਦਾ, ਪਰ ਕੀ ਹੁੰਦਾ ਗੁਰੂ ਨਾਨਕ ਜੀ ਦਾ ਨਾਂ ਹੋਣ ਕਰਕੇ ਨਾ
ਉਹ ਹਿੰਮਤ ਨਹੀਂ ਪੈਂਦੀ ਕੋਈ ਗਲਤ ਕੰਮ ਕਰਨ ਵਾਸਤੇ। ਜੀ ਜੀ ਜੀ। ਇਸ ਕਰਕੇ ਫਿਰ ਕਾਰਾਂ ਦੀ ਰੈਲੀਆਂ ਸਭ ਤੁਹਾਨੂੰ ਵੀ ਪਤਾ, ਜਦ ਪਰਵਾਜ਼ ਪਹਿਲੀ ਸ਼ੁਰੂਆਤ ਕੀਤੀ ਉਹਨਾਂ ਨੂੰ ਜਦ ਕਹਿੰਦੇ ਤੁਸੀਂ, ਉਹ ਹੈਰਾਨ ਹੋ ਗਏ ਬ੍ਰਿਟਿਸ਼ਰ ਸੀ। ਮੈਂ ਕਹਿੰਦੀ ਪਈ ਸੀ ਰੈਲੀਆਂ, ਉਹਨਾਂ ਨੂੰ ਤਾਂ ਪਤਾ ਰੈਲੀਆਂ ਕੀ ਹੁੰਦਾ। ਮੈਂ ਇੱਥੋਂ ਕਰਨੀ ਆ, ਤੁਸੀਂ ਮੈਨੂੰ ਹਸਪਤਾਲ ਦੇ ਵਿੱਚ ਚਾਂਸ ਦਿਓ। ਤੇ ਕਹਿੰਦੇ ਹਸਪਤਾਲ 'ਚ ਕਿਉਂ ਕਰਾਉਣੀ? ਮੈਂ ਕਿਹਾ ਅਸੀਂ ਫੰਡ ਰੇਜ਼ ਕਰਨਾ ਤੁਹਾਡੇ ਵਾਸਤੇ। ਪਹਿਲੀ ਕਾਰ ਰੈਲੀ ਜਿਹੜੀ ਹੈ ਕਿਹੜੇ? ਆਪਣੇ ਸਕਾਰਬੋਰੋ ਆਪਣੇ ਹੋਈ ਸੀ ਸਰ, ਕ੍ਰੈਡਿਟ ਵੈਲੀ ਹਸਪਤਾਲ। ਤੇ ਉਹ ਕਹਿੰਦੀ ਕਿੰਨੇ ਪੈਸੇ ਹੋ ਜਾਣਗੇ? ਮੈਂ ਕਿਹਾ ਦੇਖੋ ਪੈਸੇ ਜੇ ਸ਼ੁਰੂ ਕਰਨੀ ਹੈ, ਪਤਾ ਨਹੀਂ ਹੋ ਸਕਦਾ 400-500 ਰੁਪਏ ਡਾਲਰ ਹੋ ਜਾਵੇ ਜਾਂ 1000 ਵੀ ਹੋ ਜਾਵੇ। ਤੇ ਜਿਸ ਲਈ ਉਹ ਕਹਿੰਦੀ ਕੋਈ ਗੱਲ ਨਹੀਂ। ਮੈਂ ਕਿ ਤੁਹਾਨੂੰ ਜਗ੍ਹਾ ਕਿੰਨੀ ਚਾਹੀਦੀ? ਮੈਂ ਕਿਹਾ ਮੈਨੂੰ ਸਿਰਫ ਇੰਨਾ ਕਿ ਰੋਲ ਚਾਹੀਦਾ। ਤੇ ਕਹਿੰਦੀ ਲੰਗਰ ਪਾਣੀ ਅਸੀਂ ਨਹੀਂ ਬਣਾਉਣ ਦੇਣਾ ਇੱਥੇ, ਸਿੱਧੀ ਗੱਲ ਹੈ, ਤੁਸੀਂ ਲੋਕ ਲੰਗਰ ਬਣਾਉਣੇ। ਮੈਂ ਕਿਹਾ ਉਹ ਲੰਗਰ ਕੋਈ ਨਹੀਂ ਹੋਣਾ, 2-3 ਘੰਟਿਆਂ ਦੇ ਵਿੱਚ ਕੰਮ ਖਤਮ ਕਰ ਦੇਣਾ। ਤੇ ਉਹ ਮੰਨ ਗਈ। ਫੰਡ ਰੇਜ਼ ਪਤਾ ਨਹੀਂ 7,000 ਡਾਲਰ 8,000 ਡਾਲਰ ਹੋ ਗਿਆ। ਉਹ ਤਾਂ ਖੁਸ਼ ਹੋ ਗਏ, ਪਰ ਉਹਨਾਂ ਨਾਲ ਇੱਕ ਕੰਡੀਸ਼ਨ ਕੀਤੀ ਸੀ ਕਿ ਮੈਂ ਜਿੱਥੇ ਜਿੱਥੇ ਅਸੀਂ ਸਾਡੇ ਗੁਰਸਿੱਖ ਆ, ਜਿੱਦਾਂ ਬਰੈਂਪਟਨ ਹੋਇਆ, ਮਾਲਟਨ ਹੋਇਆ, ਟੋਬੀਕੋ ਹੋਇਆ, ਜਿੱਥੇ ਮੈਂ ਉਹਨਾਂ ਹੌਸਟਲਾਂ ਦੇ ਵਿੱਚ ਜਾ ਕੇ ਨਾ ਉੱਥੇ ਰੈਲੀਆਂ ਕਰਨੀਆਂ, ਕਿਉਂਕਿ ਪਤਾ ਲੱਗੇ ਕਿ ਸਿੱਖ ਲੋਕ ਕੀ ਕਰ ਰਹੇ ਆ। ਬਹੁਤ ਅੱਛੇ। ਤੁਸੀਂ ਨਾਨਕ ਨਾਮ ਲੇਵਾ ਜਿਹੜੇ ਸਿੱਖ ਹਨ ਉਹਨਾਂ ਦੇ ਲਈ ਉਸ ਮਕਸਦ ਨੂੰ, ਉਸ ਫਲਸਫੇ ਨੂੰ ਅੱਗੇ ਵਧਾਉਣ ਦੇ ਲਿਹਾਜ਼ ਦੇ ਨਾਲ ਇਹ ਗੱਲ ਕੀਤੀ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਸਾਲ 2014 ਤੱਕ ਪਹੁੰਚਦੇ ਬਰੈਂਪਟਨ ਦੇ ਜਿਹੜਾ ਸਿਵਿਕ ਹਸਪੀਟਲ ਕਹਿ ਲਓ, ਜਾਂ ਇਹ ਕਹਿ ਲਓ ਕਿ ਵਿਲੀਅਮ ਔਸਲਰ ਹੈਲਥ ਸੈਂਟਰ ਜਿਹੜੀ ਫਾਊਂਡੇਸ਼ਨ ਹੈ ਇੱਕ, ਜਿਹਦੇ ਥੱਲੇ 3 ਹਸਪਤਾਲ ਚੱਲਦੇ ਨੇ, ਜਾਰਜ ਟਾਊਨ, ਬਰੈਂਪਟਨ ਅਤੇ ਇਟੋਬੀਕੋ ਜਨਰਲ ਹਸਪੀਟਲ, ਉਸ ਸੰਸਥਾ ਵਾਸਤੇ $250,000 ਜਿਹੜਾ ਹੈ ਜੀ ਉਹ ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਵੱਲੋਂ ਇਕੱਠਾ ਕੀਤਾ ਗਿਆ। ਔਰ ਦਰਸ਼ਨ ਸਿੰਘ ਬਿਲਖੂ ਜੀ ਔਰ ਇਹਨਾਂ ਦੀ ਸਮੁੱਚੀ ਟੀਮ, ਜਿਸ ਦੇ ਵਿੱਚ ਦਾਸ ਨੂੰ ਵੀ ਭਾਗ ਲੈਣ ਦਾ ਮੌਕਾ ਅੱਜ ਤੱਕ ਮਿਲ ਰਿਹਾ। ਸੋ ਮੈਂ ਬਿਲਖੂ ਸਾਹਿਬ ਇਹ ਜਾਣਨਾ ਚਾਹਾਂਗਾ, ਕੈਨੇਡਾ ਦੇ ਵਿੱਚ ਤਾਂ ਗੁਰੂ ਨਾਨਕ ਕਾਰ ਰੈਲੀ ਹੋ ਗਈ ਔਰ ਬਹੁਤ ਜਿਹੜੇ ਬੱਚੇ ਹਨ, ਨੌਜਵਾਨ ਹਨ ਔਰ ਬਜ਼ੁਰਗ ਵੀ ਹਨ, ਸਾਰੇ ਭਾਗ ਲੈਂਦੇ ਨੇ, ਪਿਕਨਿਕ ਦੇ ਵਿੱਚ ਵੀ ਭਾਗ ਲੈਂਦੇ ਨੇ। ਗੁਰੂ ਨਾਨਕ ਕਾਰ ਰੈਲੀ ਵੱਲੋਂ ਹੋਰ ਕੀ ਕੁਝ ਇੱਥੇ ਕਰਾਇਆ ਜਾਂਦਾ ਜੀ? ਗੁਰੂ ਨਾਨਕ ਕਾਰ ਰੈਲੀ ਵੱਲੋਂ ਅਸੀਂ ਬੱਚਿਆਂ ਦਾ ਫਿਰ ਸੋਚਿਆ ਕੀਰਤਨ ਸ਼ੁਰੂ ਕਰਾਈਏ, ਕਿਉਂਕਿ ਇੱਥੇ ਬੱਚੇ ਬਹੁਤ ਨੇ, ਬੜੇ ਸਮਾਰਟ ਨੇ, ਇੰਟੈਲੀਜੈਂਟ ਨੇ। ਕਿਉਂਕਿ ਐਸਾ ਵਕਤ ਪਿਆ ਕਿ ਸਾਰਿਆਂ ਨੂੰ ਬਸ ਜੇ ਕਮਾਈ ਨਹੀਂ ਹੁੰਦੀ ਤਾਂ ਗੱਲ ਨਹੀਂ ਬਣਦੀ, ਤੇ ਬੱਚਿਆਂ ਨੇ ਪਿੱਛੇ ਟਾਈਮ ਨਹੀਂ ਸਪੈਂਡ ਕਰਦੇ ਤਾਂ ਬੱਚਿਆਂ ਨੇ ਕਿਤੇ ਨੂੰ ਤੇ ਜਾਣਾ। ਤਾਂ ਕੀਰਤਨ ਕੰਪੀਟੀਸ਼ਨ, ਜੇ ਅਸੀਂ ਕੀਰਤਨ ਕੰਪੀਟੀਸ਼ਨ ਕਰਾਵਾਂਗੇ, ਕਿਉਂਕਿ ਇੱਦਾਂ ਤਾਂ ਸਾਰੇ ਆ ਜਾਂਦੇ ਆ ਰਾਗ, ਫਿਰ ਸੁਣ ਨਹੀਂ ਆਉਂਦੇ। ਕੰਪੀਟੀਸ਼ਨ ਹੁੰਦਾ ਤਾਂ ਸਿਆਣੇ ਸੁਣਨ ਆਉਂਦੇ। ਦੇਖੀਏ ਇਹਨਾਂ ਨੇ ਇੱਕ ਕੋਈ ਨਵੀਂ ਚੀਜ਼ ਖੋਲ੍ਹੀ ਆ, ਇਹ ਕੰਪੀਟੀਸ਼ਨ, ਕਿਉਂਕਿ ਕੀਰਤਨ ਉਹ ਜਾਣਦੇ ਜਿੰਨੇ ਸਿਆਣੇ ਕਰਦੇ ਸੀਗੇ। ਬਿਲਕੁਲ। ਅੱਛਾ, ਅਸੀਂ ਬੱਚੇ ਤੇ ਕਿਤੇ, ਕਿਉਂ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ, ਨਾ ਉਰਦੂ ਨਾ ਪੰਜਾਬੀ, ਪੜ੍ਹਨੀ ਲਿਖਣੀ ਕੁਝ ਨਹੀਂ ਆਉਂਦੀ। ਮੈਨੂੰ ਕਈ ਵਾਰੀ ਸਵਾਲ ਪੁੱਛੇ ਤੁਸੀਂ ਕਰਦੇ ਕਿਉਂ ਹੋ? ਬਸ ਮੇਰੀ ਸ਼ਰਧ ਅੰਦਰੋਂ ਕਹਿੰਦੀ ਆ। ਉਹ ਕਿਉਂ ਕਰਦੇ ਨੇ ਇਹਦਾ ਜਿਹੜਾ ਆਨਸਰ ਹੈ ਜੀ, ਅੱਗੇ ਥੋੜੀ ਦੇਰ 'ਚ ਅਸੀਂ ਤੁਹਾਨੂੰ ਲੈ ਕੇ ਦਿੰਦੇ ਹਾਂ ਵੀ ਸਰਦਾਰ ਦਰਸ਼ਨ ਸਿੰਘ ਬਿਲਖੂ ਜੀ ਇੱਕ ਅਜਿਹੇ ਪਰਿਵਾਰ ਦੇ ਨਾਲ ਸੰਬੰਧਿਤ ਹਨ। ਇਹਨਾਂ ਦਾ ਪਿਛੋਕੜ ਜਿਹੜੇ ਕਿ ਤੁਸੀਂ ਨਾ ਸੁਣੋਗੇ ਉਸ ਸ਼ਖਸੀਅਤ ਦਾ ਤਾਂ ਹੈਰਾਨ ਰਹਿ ਜਾਓਗੇ। ਸੋ ਮੈਂ ਬਿਲਖੂ ਸਾਹਿਬ, ਕੀਰਤਨ ਕੰਪੀਟੀਸ਼ਨ ਹੋ ਗਿਆ, ਫੈਮਿਲੀ ਪਿਕਨਿਕ ਹੋ ਗਈ, ਔਰ ਇੱਕ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਕੈਨੇਡਾ ਡੇ ਜਿਹੜਾ ਹੈ ਉਹ ਵੀ ਲਗਾਤਾਰ ਮਨਾਉਂਦੇ ਰਹੇ ਹੋ, ਉਹਦੀ ਸ਼ੁਰੂਆਤ ਕਰਨ ਵਾਲੇ ਤੁਸੀਂ ਹੋ। ਇਹ ਸਾਰੇ ਕੰਮ ਜਿਹੜੇ ਮੈਂ ਜੋ ਕੁਝ ਵੀ ਕੀਤਾ ਇੱਥੇ ਆਣ ਕੇ ਆਪਣੀ ਸਿੱਖ ਸੰਤਾਂ ਨੂੰ ਦੱਸਣ ਵਾਸਤੇ ਤੁਸੀਂ ਵੀ ਕਰ ਸਕਦੇ ਆ, ਆਪਾਂ ਵੀ ਕਰੀਏ। ਫਿਰ ਮਨਾਇਆ ਗੁਰਸਿੱਖਾਂ ਨੇ, ਮਾਲਟਨ ਗੁਰਦੁਆਰੇ ਸਾਹਿਬ ਨੇ ਮਨਾਇਆ, ਇਸ ਤਰ੍ਹਾਂ ਸਾਰੇ ਪੰਜਾਬੀ ਵਾਲੇ ਨੇ ਸ਼ੁਰੂ ਹੋ ਗਿਆ। ਸੋ ਪਹਿਲਾ ਮਲਟੀਕਲਚਰਲ ਦੋ ਵਾਰੀ ਕਰਾਇਆ ਉਹਨਾਂ। ਮੈਂ ਕਿ ਗਵਰਨਮੈਂਟ ਨੇ ਕਿਹਾ ਮੈਂ 2 ਵਾਰੀ ਕਰਾਉਂਗਾ ਸਿਰਫ। ਤੀਜੀ ਵਾਰੀ ਬੈਂਸ ਨੇ ਬੜੀ ਮੇਰੀ ਹੈਲਪ ਕੀਤੀ, ਜਿਹੜੇ ਮਿਨਿਸਟਰ ਸੀਗੇ, ਉਹਦੇ ਮੈਂਬਰ ਆਫ ਪਾਰਲੀਮੈਂਟ ਸੀਗੇ ਉਹਨਾਂ ਟਾਈਮਾਂ ਦੇ ਵਿੱਚ, ਤੇ ਉਹਨੇ ਸਾਰੇ ਰਲ ਮਿਲ ਕੇ ਨਾ, ਕਾਫੀ ਭਰਾਵਾਂ ਨੇ, ਪੋਲੀਟੀਸ਼ੀਅਨਾਂ ਨੇ ਵੀ ਮਦਦ ਕੀਤੀ। ਇੰਨੀ ਮੇਰੀ ਸਾਰੀਆਂ ਪਾਰਟੀਆਂ 'ਚ ਇੰਨੀ ਸੀਗੀ ਇੱਥੇ। ਤੁਸੀਂ ਹੁਣ ਸਿਆਸਤਦਾਨਾਂ ਦੀ ਗੱਲ ਕੀਤੀ ਹੈ ਜੀ, ਸਿਆਸਤ ਦੀ ਗੱਲ ਕੀਤੀ ਹੈ, ਤੁਹਾਡਾ ਸਿਆਸੀ ਸਫ਼ਰ ਵੀ ਕਾਫੀ ਲੰਬਾ ਰਿਹਾ ਜੀ। ਸਿਆਸੀ ਸਫ਼ਰ ਜਿਹੜਾ ਜੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਸਾਡੇ ਦਰਸ਼ਕਾਂ ਨੂੰ, ਕਿ ਸਿਆਸਤ ਦੇ ਨਾਲ ਤੁਹਾਡਾ ਵਾਸਤਾ ਕਿਵੇਂ ਪਿਆ ਤੇ ਕੀ ਤੁਹਾਡੀ ਉਹ 'ਚ ਉਪਲਬਧੀ ਜਾਂ ਪ੍ਰਾਪਤੀ ਰਹੀ? ਸਿਆਸਤ ਦਾ ਨਾਲ ਵਾਸਤਾ ਇੱਦਾਂ ਪਿਆ, ਮੈਂ ਨਿਊ ਮਾਰਕੀਟ ਸੀਗਾ, ਇੱਕੋ ਹੀ ਸਰਦਾਰ ਉੱਥੇ, ਮੈਂ ਸਾਰੇ ਸੋਸਾਇਟੀ ਦੇ ਵਿੱਚ, ਸਾਰੇ ਦੇ ਵਿੱਚ, ਤੇ ਬਸ ਐਵੇਂ ਜਿੱਦਾਂ ਕਹਿੰਦੇ ਹੁੰਦੇ ਨਾ, ਕੋਈ ਤੂੰ ਕਾਣ ਤਾਂ ਮੈਂ ਖਾਮ ਖਾ, ਆਦਤ ਪੈ ਗਈ ਵੀ ਮੈਂ ਇਹਨਾਂ ਦੇ ਵਿੱਚ ਵੜ ਕੇ ਦੇਖਾਂ। ਤੇ ਐਸਾ ਬਣਿਆ, ਮੈਨੂੰ ਐਸੇ ਚੰਗੇ ਬੰਦੇ ਕਾਉਂਸਲਰ ਮਿਲੇ ਜਿਨ੍ਹਾਂ ਨੇ ਮੈਨੂੰ ਨਾ ਚੁੱਕ ਕੇ ਧੱਕਾ ਮਾਰ ਕੇ ਪੋਲੀਟਿਕਸ ਕੀਤਾ। ਫਿਰ ਉਹ ਸਾਰੀ ਰੀਜਨ ਟੋਰੀ ਦੀ ਸੀਗੀ, ਪ੍ਰੋਗਰੈਸਿਵ ਕੰਸਰਵੇਟਿਵ ਵਾਲੇ, ਪੀਸੀ ਦੀ ਸੀਗੀ। ਫਿਰ ਮੈਂ ਐਸਾ ਉੱਪਰੋਂ ਮੈਨੂੰ ਸੁਨੇਹਾ ਬਾਬੇ ਦਾ ਹੀ ਆਇਆ ਵੀ ਮੈਂ ਸੋਚਾਂ, ਮੈਂ ਪੜ੍ਹਿਆ ਲਿਖਿਆ ਤਾਂ ਬੰਦਾ ਇੰਨਾ ਹੈ ਨਹੀਂ, ਮੈਂ ਕੀ ਕਰੂੰ ਕਿ ਐਸਾ ਬਾਬੇ ਨੇ ਧੱਕਾ ਮਾਰਦਾ ਗਿਆ। ਸੋਲਿਸਿਟਰ ਜਨਰਲ ਹੋਏ ਵਗੈਰਾ, ਪ੍ਰਾਈਮ ਮਿਨਿਸਟਰ, MP ਸਾਰੇ, ਫਿਰ ਦੂਜੀ ਪਾਰਟੀ ਦੇ ਵੀ, ਫਿਰ NDP ਦੇ ਵੀ, ਉਹ ਸਾਰੇ ਮਗਰ ਲੱਗੇ ਕਿਉਂਕਿ ਉਹਨਾਂ ਨੂੰ ਵੋਟਾਂ ਚਾਹੀਦੀਆਂ ਸੀਗੀਆਂ। ਫਿਰ ਮੈਂ ਰਾਈਡਿੰਗ ਐਸੋਸੀਏਸ਼ਨ ਰਨ ਕੀਤੀ, ਰਾਈਡਿੰਗ ਐਸੋਸੀਏਸ਼ਨ ਪੂਰੀ ਬਣਾਈ। ਮਿਸੀਸਾਗਾ ਦੇ 4 ਹਿੱਸੇ ਮੈਂ ਕਰਾਏ ਟੁਕੜੇ। ਉਹਨੂੰ ਮੈਂ ਸਮਝਾਇਆ, ਮੈਂ ਕਿਹਾ ਦੇਖੋ ਇਹ 4 ਕਰ ਦਿਓ ਤਾਂ ਸਾਡੇ ਕਮ ਸੇ ਕਮ 3 MP ਸਾਨੂੰ ਮਿਲ ਜਾਣਗੇ, ਜੇ ਜਿੱਤ ਗਿਆ ਤਾਂ ਇੱਕ ਇਹਦਾ ਹੋਵੇ, ਜੇ 2 ਵੀ ਮਿਲੇ ਤਾਂ ਕੋਈ, ਜੇ ਇੱਕ ਆ ਨਾ
ਜਿਹੜਾ ਜਿੱਤ ਗਿਆ ਹੁਣ ਸਾਰਾ ਮੱਲਾ ਮਾਰ ਦੇਣਾ। ਉਹਨਾਂ ਨੇ ਸਮਝ ਪੈ ਗਈ ਤਾਂ ਉਹਨਾਂ ਨੇ ਰਾਈਡਿੰਗ ਐਸੋਸੀਏਸ਼ਨ ਚੇਂਜ ਕਰ, ਫਿਰ ਮੈਨੂੰ ਐਡਵਾਈਜ਼ਰੀ ਬਣਾ ਲਿਆ ਅਗਲਿਆਂ ਨੇ ਕਿ ਬਿਹਾਈਂਡ ਦ ਸੀਨ ਐਡਵਾਈਜ਼ਰੀ। ਮੈਂ ਕਿਹਾ ਮੈਂ ਆਪੇ ਇਨ ਫਰੰਟ ਨਹੀਂ ਆਣਾ। ਇੱਕ ਉਹ ਕਿੱਸਾ ਦੱਸੋ ਜਿਹੜਾ ਤੁਸੀਂ ਜਿਹੜਾ ਡਿਆਨਾ ਲੇਡੀ ਡਿਆਨਾ ਆਏ ਸੀ ਇੱਥੇ ਕੈਨੇਡਾ ਦੇ ਵਿੱਚ, ਉਹ ਕੀ? ਉਹ ਜੀ ਇਸ ਤਰ੍ਹਾਂ ਹੋਇਆ ਕਿ ਮੈਂ ਉਹ ਫੰਡ ਉਹ ਜਨ ਫੰਡ ਰੇਜ਼ ਕਰਦੀ ਸੀ ਕਿ ਜਿਹੜੇ ਬੰਬ ਸਿੱਟੇ ਹੁੰਦੇ ਨੇ ਲੋਕਾਂ ਨੇ ਮਿਸਲ ਲੱਗੇ, ਉਹਨੇ ਕੋਈ ਫੰਡ ਰੇਜ਼ਿੰਗ ਇਵੈਂਟ ਉਹਨਾਂ ਨੇ, ਪਰ ਮੈਨੂੰ ਸਪੈਸ਼ਲ ਪ੍ਰਾਈਮ ਮਿਨਿਸਟਰ ਨੇ ਬੁਲਾਇਆ ਗਿਆ। ਤੇ ਕਿਹੜੇ ਪ੍ਰਾਈਮ ਮਿਨਿਸਟਰ ਸੀਗੇ ਜੀ? ਬ੍ਰਾਇਨ ਮਰੂਨੀ ਨੇ। ਠੀਕ ਹੈ ਜੀ। ਤੇ ਤੁਸੀਂ ਦੇਖਿਆ ਉਹਨਾਂ ਨੂੰ ਟਾਸਕ ਜਿਹੜੇ ਬੰਦੇ ਨੇ ਵਰਲਡ ਦੇ ਵਿੱਚ ਜਦੋਂ ਰਿਜ਼ਾਈਨ ਹੋਇਆ ਨਾ ਮਿਲੇ, ਜਿਹੜੇ ਪ੍ਰੈਜ਼ੀਡੈਂਟ ਸਾਰੇ, ਗਾਂਧੀ ਦਾ ਮੁੰਡਾ ਵੀ, ਉਹ ਸਾਰੇ ਉਹਨਾਂ ਦੇ ਨਾਲ ਉਸ ਮੈਗਜ਼ੀਨ ਦੇ ਵਿੱਚ ਮੇਰੀ ਫੋਟੋ ਜ਼ਰੂਰ ਵਿੱਚ ਉਹਨੂੰ ਲਵਾਈ ਹੈ। ਕਹਿੰਦਾ ਯੂ ਆਰ ਅ ਕਾਈਂਡ ਆਫ ਪੀਪਲ ਕਿ ਆਈ ਨੀਡਡ ਟੂ ਬੀ ਵਿਥ ਮੀ। ਵਾਹ ਜੀ, ਉਹਨੇ ਮੇਰੀ ਪੂਰੀ ਹੈਲਪ ਕੀਤੀ ਕਿ ਐਸੀ ਨਹੀਂ, ਅੱਜ ਉਹਨਾਂ ਦੀ ਕੁੜੀ ਆ ਮਿਨਿਸਟਰ ਆ ਜੀ, ਹਾਂਜੀ। ਇਸ ਤਰ੍ਹਾਂ ਕਈ ਬੰਦੇ, ਹੁਣ ਟੋਨੀ ਕਲੈਮੈਂਟ ਆ, ਬਲ ਸੀਗਾ ਜਿਹੜਾ ਨਿਊ ਮਾਰਕੀਟ, ਇਹਨੂੰ ਮੈਂ ਤਿਆਰ ਕੀਤਾ ਪੋਲਿਟਿਕਸ ਆ, ਕਿੱਥੇ ਜਿਹੜੇ ਕਿ ਫੈਡਰਲ ਮਿਨਿਸਟਰ ਬਣੇ, ਜਿਹੜੇ ਤੁਸੀਂ ਉੱਥੋਂ ਕਿੱਥੋਂ ਮੈਂ ਆਇਆ ਚੱਲ ਕੇ ਨਾ, ਮੈਨੂੰ ਸਮਝ ਨਹੀਂ ਆਉਂਦੀ, ਆਪਣੇ ਆਪ ਆਉਂਦੀ ਆ ਕਿ ਮਹਾਰਾਜ ਦੀ ਕਿੰਨੀ ਕਿਰਪਾ ਮੇਰੇ ਤੇ, ਕਿ ਗੁਰੂ ਨਾਨਕ ਜੀ ਦੇ ਨਾਲ ਚੱਲਦਾ ਨਾ। ਬਿਲਕੁਲ ਸਾਹਿਬ, ਇਹ ਜਿਹੜੀ ਗੱਲ ਹੈ ਜੀ, ਸਿਆਸਤ ਦੇ ਵਿੱਚ ਤੁਹਾਡੀ ਜਿਹੜੀ ਮੱਲਾਂ ਜਿਹੜੀਆਂ ਤੁਸੀਂ ਮੈਂਟਰਸ਼ਿਪ ਕੀਤੀ ਔਰ ਤੁਸੀਂ ਖੁਦ ਵੀ ਨੋਮੀਨੇਸ਼ਨ ਦੇ ਲਈ ਵੀ ਔਰ ਪੋਲੀਟੀਕਲੀ ਐਕਟਿਵ ਰਹੇ ਹੋ, ਔਰ ਅੱਜ ਤੱਕ ਜਿਹੜਾ ਪੀਸੀ ਪਾਰਟੀ ਦੇ ਬਹੁਤ ਸਾਰੇ ਜਿਹੜੇ ਐਸੇ ਕੰਮ ਜਾਂ ਗਵਰਨਮੈਂਟ ਆਫ ਕੈਨੇਡਾ ਦੇ ਪੀਸੀ ਪਾਰਟੀ ਦਾ, ਇੱਥੇ ਦੱਸਾਂ ਤੁਹਾਨੂੰ, ਜਿਹੜੀ ਸਭ ਤੋਂ ਪਹਿਲਾਂ ਮੈਂ ਇੱਕ ਬੰਦਾ ਸਰ ਉਸ ਕੇ ਨੋਮੀਨੇਟ ਕੀਤਾ, ਮੈਂ ਕਿਹਾ ਜੇ ਪਹਿਲੀ ਜਨਾਨੀ ਬਣੂਗੀ ਨਾ ਤੇ ਐਸੀ ਕਿਮ ਕੈਂਪਬੈਲ ਨੂੰ ਬਣਾਉਣਾ। ਹਾਂ, ਮੈਂ ਉਹੀ ਜਾਣਨਾ ਚਾਹੁੰਦਾ ਸੀ, ਜਿਹੜੀ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਇੱਕੋ ਇੱਕ ਪ੍ਰਾਈਮ ਮਿਨਿਸਟਰ ਕੈਨੇਡਾ ਦੀ ਬਣੀ ਹੈ ਕਿਮ ਕੈਂਪਬੈਲ, ਤੇ ਤੁਸੀਂ ਉਹ ਐਂਡੋਰਸਮੈਂਟ ਕੀਤੀ? ਐਂਡੋਰਸਮੈਂਟ ਮੈਂ ਕੀਤੀ ਆ, ਉਹ ਜਾ ਕੇ ਕਨਵੈਨਸ਼ਨ ਤੇ ਗਏ 3 ਦਿਨ ਲਗਾਤਾਰ ਆਟੋਏ ਜਾ ਕੇ, ਕਿਉਂਕਿ ਉਧਰ ਸ਼ੀਲਾ ਕੱਪ ਸੀਗੀ ਲਿਬਰਲ ਵਾਲਿਆਂ ਦੀ। ਠੀਕ ਹੈ ਜੀ। ਤੇ ਉਹ ਅੜੀ ਆਕੜ ਬੜੀ ਸੀ ਤਾਂ ਸੀ, ਮੈਂ ਕਿਹਾ ਤੈਨੂੰ ਨਹੀਂ ਆਣ ਦੇਣਾ, ਇੱਧਰ ਬੈਠੇ ਤੇ ਗਰੁੱਪ ਹੁੰਦੇ ਨੇ, ਇਹਨਾਂ ਗਰੁੱਪ ਬਣਾਏ ਹੁੰਦੇ, ਕਿੱਥੇ ਬੈਠਣਾ ਕਿਹੜੇ ਪਾਸੇ ਜੀ। ਤੇ ਬਾਬੇ ਦੀ ਕਿਤੇ ਮੈਂ ਫਿਰ ਦੇਖੋ ਨਾ ਪੀਸੀ ਪਾਰਟੀ ਦੇ ਹੋ ਕੇ ਜਿੱਥੇ ਰਹਿਣਾ ਮੈਂ ਪਿੱਛੇ ਨਿਊ ਮਾਰਕੀਟ ਏਰੀਏ ਸਾਰੇ, ਉਹ ਸਾਰਾ ਪੀਸੀ ਹੈ ਜੀ। ਸੋ ਬਿਲਕੁਲ ਸਾਹਿਬ, ਜਿਹੜੇ ਇਹ ਤਾਂ ਹੋ ਗਏ ਆਪਣੇ ਧਾਰਮਿਕ ਗੁਰਦੁਆਰਿਆਂ, ਰਾਮਗੜੀਆ ਜਿਹੜਾ ਸਿੱਖ ਸੁਸਾਇਟੀ ਹੈ, ਉਹਦੇ ਵਿੱਚ ਵੀ ਤੁਸੀਂ ਬੜਾ ਅਹਿਮ ਰੋਲ ਅਦਾ ਕੀਤਾ। ਹੁਣ ਮੈਂ ਥੋੜਾ ਜਿਹਾ ਵਾਪਸ ਜਾਣਾ ਚਾਹੁੰਦਾ ਪੰਜਾਬ ਜੀ। ਪੰਜਾਬ ਦੇ ਵਿੱਚ ਤੁਹਾਡਾ ਪਿੰਡ ਕਿਹੜਾ ਹੈ ਤੇ ਉੱਥੇ ਤੁਸੀਂ ਕਿਹੜੀ ਸੰਸਥਾ ਚਲਾ ਰਹੇ ਹੋ? ਜਿਹੜਾ ਰਾਮਗੜੀਆ ਗੁਰਦੁਆਰਾ ਸਾਹਿਬ ਚ, ਉੱਥੇ ਮੈਨੂੰ ਕੁਝ ਸਿੱਖੋ ਪਤਾ ਕੀ ਹੁੰਦਾ, ਉਹਨਾਂ ਨੂੰ ਵੀ ਪ੍ਰਾਈਡ ਫੀਲ ਹੁੰਦਾ ਸੀਗਾ। ਕੋਈ ਸਿੱਖ ਪਹਿਲਾਂ ਉਹਨਾਂ ਨੂੰ ਇਹ ਸੀ ਕਿਤੇ ਮਲ ਮਾਰ ਕੇ ਨਾ ਬਹਿ ਜਾਵੇ। ਫਿਰ ਮੈਂ ਹਰ ਸਾਲ ਅਸੀਂ ਸਕੂਲਾਂ ਦੇ ਵਿੱਚ ਸ਼ੁਰੂ ਕੀਤਾ ਸੀ ਲਾਣਾ ਕਸਾਲਸਾ, ਪਹਿਲਾਂ ਇਦਾਂ ਹੀ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਸੇਵਾ ਦਿੱਤੀ ਆ ਮੈਂ ਕੀਤੀ। ਤੇ ਫਿਰ ਮੇਰੀ ਆਦਤ ਹੈਗੀ ਆ ਕਿ ਜਿਹੜੇ ਚੱਲਣਾ ਨਾ, ਅੱਗੇ ਨੂੰ ਚੱਲਣਾ, ਤਾਂ ਚੱਲਣਾ ਟਾਈਮ ਸਿਰ, ਹਰ ਕੰਮ ਟਾਈਮ ਸਿਰ ਹੋਣਾ ਚਾਹੀਦਾ। ਸਾਲ ਕੀਤਾ, ਫਿਰ ਮੈਂ ਆਪਣੇ ਆਪ ਹੀ ਰਿਜ਼ਾਈਨ ਦੇ ਕੇ ਪਿੱਛੇ ਨੂੰ ਹਟ ਗਿਆ, ਕਿਉਂਕਿ ਮੈਂ ਪੋਲਿਟਿਕਸ ਨਹੀਂ ਕਰ ਸਕਦਾ। ਸੋ ਕੈਨ ਸਿੱਖ ਜਿਹੜੀ ਹੈ ਉਹ ਤੁਸੀਂ ਚਲਾਈ ਇੱਥੇ ਬਖੂਬੀ, ਔਰ ਇਹਦੇ ਨਾਲ ਜਿਹੜਾ ਸਿੱਖ ਯੂਥ ਕਾਸਮੋਪੋਲੀਟਨ ਚਲਾਈ, ਔਰ ਇਸ ਦੇ ਨਾਲ ਵੂਮਨਸ ਦੇ ਲਈ ਵੀ ਤੁਸੀਂ ਸੰਸਥਾਵਾਂ ਖੋਲੀਆਂ। ਸੋ ਅਖੀਰ 'ਚ 1 ਮਿੰਟ ਦੇ ਵਿੱਚ ਇਹ ਦੱਸੋ, ਜਿਹੜਾ ਪੰਜਾਬ 'ਚ ਤੁਸੀਂ ਇੱਕ ਸੰਸਥਾ ਚਲਾ ਰਹੇ ਹੋ, ਉਹ ਉਸ ਸੰਸਥਾ ਦਾ ਨਾਮ ਕੀ ਹੈ ਤੇ ਉਹ ਕਿਉਂ ਚਲਾ ਰਹੇ ਹੋ ਤੇ ਉਹਦੇ 'ਚ ਫਾਇਦਾ ਕਿਹਨੂੰ ਹੋ ਰਿਹਾ ਜੀ? ਜੀ, ਪੰਜਾਬ ਦੇ ਵਿੱਚ ਇੱਕ ਮੇਰੀ ਸ਼ਰਧਾ ਸੀ, ਸਾਡੇ ਬਾਬਾ ਜੀ ਸੀਗੇ ਦਦਾਰ ਸਿੰਘ, ਜਿਨ੍ਹਾਂ ਨੂੰ ਰਾਗੀ ਦਦਾਰ ਸਿੰਘ, ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਸੀ, ਉਹ ਇਹਨਾਂ ਦੇ ਬਿਲਕੁਲ ਸਾਹਿਬ ਦੇ ਦਾਦਾ ਜੀ ਸਨ। ਸੋ ਕੀਰਤਨ ਦੀ ਜਦੋਂ ਮੈਂ ਗੱਲ ਕੀਤੀ ਸੀ, ਹੁਣ ਪਤਾ ਲੱਗ ਗਿਆ ਹੋਵੇਗਾ ਤੁਹਾਨੂੰ। ਤੇ ਉਹ ਉੱਥੇ ਰਹਿੰਦੇ ਸੀਗੇ, ਨਾਲ ਦਾ ਘਰ ਸੀਗਾ ਪਿੰਡ। ਹਾਂਜੀ। ਹੁਣ ਜਿਹੜਾ ਕਾਰਖਾਨਾ ਸੀਗਾ ਜਿੱਥੇ ਮੱਝਾਂ ਬੰਨੀਆਂ ਸੀਗੀਆਂ, ਉਹ ਕੋਈ ਚੱਲਦਾ ਨਹੀਂ। ਜਿਹੜਾ ਪਿੰਡ ਦਾ ਬਾਕੀ ਪ੍ਰਾਪਰਟੀ ਸੀ ਉਹ ਮੈਂ ਸਾਰੀ ਦੇ ਦਿੱਤੀ, ਚੁਕਾਤੀ ਰਿਸ਼ਤੇਦਾਰਾਂ ਨੂੰ, ਜਲਾਓ ਫੜੋ, ਕਿਉਂਕਿ ਉਹਨਾਂ ਨੇ ਨਹੀਂ ਤਾਂ ਰੋਜ਼ ਟਾਈਮ ਤੇ ਕੀਰਤਨ ਬੱਚਿਆਂ ਦਾ ਕੀ ਉੱਥੇ ਸੰਸਥਾ ਸ਼ੁਰੂ ਕੀਤੀ? ਬਸ ਮੈਂ ਕਿਹਾ ਇੱਥੇ ਮੈਂ ਤਾਂ ਕੀ ਪਤਾ ਕਿੰਨੇ ਚਿਰ ਰਹਿਣਾ ਕੀ ਨਹੀਂ, ਹੁਣ ਮੈਂ ਆਉਣਾ ਕਿ ਨਹੀਂ ਆਉਣਾ। ਉੱਥੇ ਨਾਲੇ ਬਣਾ ਕੇ, ਕਿਉਂਕਿ ਉਹਨਾਂ ਦੀ ਰਿਸਪੈਕਟ ਰਿਵਜ ਰੱਖਣ ਵਾਸਤੇ ਕਿ ਅਸੀਂ ਇੱਦਾਂ ਨਾ ਕਰੀਏ, ਕਿਉਂਕਿ ਉਹਨਾਂ ਨੇ ਸੇਵਾ ਕੈਨੇਡਾ ਆਏ ਸੀਗੇ ਜੀ। ਪਹਿਲੇ ਰਾਗੀ ਜਥੇ ਸੀ ਜਿਹੜੇ ਇੱਥੇ $2 ਲੱਖ ਲੈ ਕੇ ਗਏ। ਸੋ ਬਿਲਕੁਲ ਸਾਹਿਬ, ਬੜਾ ਤੁਸੀਂ ਵਧੀਆ ਗੱਲ ਦੱਸੀ ਆ, ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ, ਉਹ ਅਸੀਂ ਜਿੱਥੇ ਸਮਾਪਤੀ ਵੱਲ ਹੁਣ ਕਰਦੇ ਹਾਂ, ਉੱਥੇ ਗੁਰੂ ਨਾਨਕ ਚੈਰੀਟੇਬਲ ਜਿਹੜੀ ਸੁਸਾਇਟੀ, ਵੈਲਫੇਅਰ ਸੁਸਾਇਟੀ ਜਿਹੜੀ ਭਾਰਤ ਦੇ ਵਿੱਚ, ਪਿੰਡ ਇਹਨਾਂ ਦਾ ਨੰਗਲ, ਛੋਟਾ ਨੰਗਲ ਖੁਰਦ, ਹੁਸ਼ਿਆਰਪੁਰ ਜ਼ਿਲ੍ਹਾ, ਮਾਲਪੁਰ ਦੇ ਬਿਲਕੁਲ ਨਜ਼ਦੀਕ। ਜੇਕਰ ਤੁਸੀਂ ਪੰਜਾਬ ਜਾਂਦੇ ਹੋ ਤਾਂ ਉਸ ਸੰਸਥਾ ਦੇ ਵਿੱਚ ਜ਼ਰੂਰ ਜਾ ਕੇ ਦੇਖ ਕੇ ਆਇਓ ਕਿ ਬੱਚੇ ਉੱਥੇ ਤਕਰੀਬਨ ਜਿਹੜੇ ਹਨ ਜੀ, ਬਹੁਤ ਬੜੀ ਨੋਮੀਨਲ ਜੀ ਫੀਸ ਦੇ ਉੱਤੇ ਉਹਨਾਂ ਨੂੰ ਕੀਰਤਨ ਸਿਖਾਇਆ ਜਾਂਦਾ। ਉਹਨਾਂ ਦੇ ਸਕੂਲ ਤੋਂ ਬਾਅਦ ਕਲਾਸਾਂ ਲੱਗਦੀਆਂ ਨੇ ਬਕਾਇਦਾ, ਔਰ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ, ਔਰ ਬੜਾ ਵਧੀਆ ਜਿਹੜਾ ਲੱਗਾ। ਸੋ ਅਜਿਹੀਆਂ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਨੇ, ਉਹ ਛੋਟੇ ਕਦਮ ਪੁੱਟਦੀਆਂ ਐਸੇ ਕੰਮ ਕਰ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਗ੍ਰੇਟ ਕੰਮ ਕਹਿੰਦੇ ਹਾਂ, ਔਰ ਅਜਿਹੇ ਗ੍ਰੇਟ ਕੰਮ ਜਿਹੜੇ ਕਰਦੇ ਨੇ ਸਰਦਾਰ ਦਰਸ਼ਨ ਸਿੰਘ ਬਿਲਖੂ। ਸੋ ਇਹਨਾਂ ਦਾ ਜਿਹੜਾ
ਖੁਸ਼ਹਾਲ ਪਰਿਵਾਰ, 3 ਬੇਟੇ ਔਰ ਨੂੰਹਾਂ ਜਿਹੜੀਆਂ ਬੇਟੀਆਂ ਵਰਗੀਆਂ ਨੂੰਹਾਂ ਤੇ ਬੜਾ ਵੱਡਾ ਪੋਤੇ ਪੋਤੀਆਂ ਦਾ ਪਰਿਵਾਰ ਜਿਹੜਾ ਜੋ ਵੱਧ ਫੁੱਲ ਰਿਹਾ। ਔਰ ਜਿਹੜੀਆਂ ਸੰਸਥਾਵਾਂ ਦਾ ਬੂਟਾ ਸਰਦਾਰ ਦਰਸ਼ਨ ਸਿੰਘ ਬਿਲਖੂ ਹੋਰਾਂ ਨੇ ਲਗਵਾਇਆ, ਚਾਹੇ ਗੁਰੂ ਨਾਨਕ ਕਾਰ ਰੈਲੀ ਦੇ ਲਈ ਗੁਰੂ ਨਾਨਕ ਫਾਊਂਡੇਸ਼ਨ ਹੈ ਜਾਂ ਗੁਰੂ ਨਾਨਕ ਚੈਰੀਟੇਬਲ ਜਿਹੜੀ ਸੁਸਾਇਟੀ ਨੰਗਲ ਖੁਰਦ ਵਿਖੇ ਹੈ, ਉਹ ਇਹ ਬਖੂਬੀ ਚੱਲਦੀਆਂ ਨੇ। ਸੋ ਤੁਹਾਡਾ ਅਖੀਰ ਦੇ ਵਿੱਚ ਹਾਂਜੀ ਕੋਈ ਮੈਸੇਜ? ਅਖੀਰ ਦਾ ਮੈਸੇਜ ਮੈਂ ਦੇਣਾ ਕਿ ਮੈਨੂੰ ਬੜੀ ਖੁਸ਼ੀ ਦੀ ਗੱਲ ਇਹ ਹੋਈ ਹੈ ਕਿ ਜਿਹੜਾ ਚੀਜ਼ ਮੈਂ ਕਦੇ ਮੈਨੂੰ ਜ਼ਿੰਦਗੀ 'ਚ ਮੈਂ ਨਹੀਂ ਸੋਚਿਆ, ਕਿਉਂਕਿ ਮੈਂ ਜਦ ਮੇਰੇ ਨਾਂ 'ਤੇ ਲੱਗ ਗਿਆ ਸੀ ਗ੍ਰੈਂਡਫਾਦਰ, ਮੈਂ ਆਪਣੇ ਮੁੰਡਿਆਂ ਦੇ ਨਾਲ ਪਹਿਲਾਂ ਹੀ ਲਾਤੀ ਸੀ ਉੱਥੋਂ ਹੀ ਲੈ ਕੇ। ਮੈਂ ਕਿਹਾ ਮੈਨੂੰ ਕਾਗਜ਼ ਨਹੀਂ ਚਾਹੀਦੇ ਕਰਕੇ ਮੁੰਡੇ ਨੇ ਲਾ ਲਿਆ, ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਅੱਜ ਮੇਰਾ ਜਿਹੜਾ ਵੱਡਾ ਲੜਕਾ ਆ, ਇਹਨੂੰ ਭੇਜਿਆ ਸੀਗਾ ਉਧਰ ਆਪਣੇ ਪੰਜਾਬ 'ਚ ਪੜ੍ਹਾਉਣ ਗਿਆ ਸਰ, ਆ ਗਿਆ ਸਰ, ਨਹੀਂ ਸੀ ਪੜ੍ਹ ਸਕੀ, ਤੁਹਾਨੂੰ ਪਤਾ ਉੱਥੇ ਇੰਗਲਿਸ਼ ਪੜ੍ਹਨਾ ਔਖਾ ਹੋ ਜਾਂਦਾ ਬੱਚੇ। ਅੱਜ ਉਹ ਪਾਠ ਵੀ ਕਰਦਾ ਤਾਂ ਕਿ, ਤੇ ਉਹ ਪੱਗ ਨਹੀਂ ਬੰਨ੍ਹਦਾ, ਉਹਨਾਂ ਹੋ ਕੇ ਵੀ ਅੱਜ ਉਹ ਕੰਮ ਕਰ ਰਿਹਾ ਕਿ ਮੈਨੂੰ ਇੰਨੀਆਂ ਬਾਬੇ ਦੇ ਉਹਦੇ ਕੋਲ ਦੋ ਬੇਟੀਆਂ ਮੇਰੀਆਂ, ਉਹਨਾਂ ਦੀ ਆਪਣੀਆਂ, ਤੇ 2 ਮੁੰਡੇ ਆ, ਦੂਜੇ ਮੁੰਡੇ ਦੇ ਤਾਂ ਇੱਕ ਕੁੜੀ ਆ, ਤੇ ਦੂਜੇ ਜਿਹੜਾ ਛੋਟਾ ਉਹਦਾ ਇੱਕ ਮੁੰਡਾ ਤੇ ਕੁੜੀ। ਬਾਬੇ ਨੇ ਮੈਨੂੰ ਪੂਰਾ ਜਿੱਦਾਂ ਕੋਈ ਮੈਂ ਅੱਛੇ ਕੋਈ ਕਰਮ ਕੀਤੇ ਹੋਣੇ ਆ, ਜਿਹੜੇ ਬਾਬੇ ਨੇ ਮੈਨੂੰ ਸਾਰਾ ਕੁਝ ਦੇ ਦਿੱਤਾ। ਬਹੁਤ ਅੱਛੇ ਜੀ। ਸੋ ਬਿਲਕੁਲ ਸਾਹਿਬ ਤੁਹਾਡਾ ਮੈਂ ਔਰ ਇਹ ਵੀ ਕਹਿਤਾ ਕਿ ਮੇਰੇ ਤੋਂ ਬਾਅਦ ਬੱਚੇ ਤਾਂ ਪਿੰਡ ਸੰਭਾਲੂਗਾ। ਅਗੀਰ ਦੇ ਵਿੱਚ ਪਿੰਡ ਜੇ ਨਹੀਂ ਚਲਾਉਣਗੇ ਬੱਚੇ ਤਾਂ ਪਿੰਡ ਦੀ ਉਹ ਪ੍ਰਾਪਰਟੀ ਦਿੱਤੀ, ਸਿੱਧੀ ਗੱਲ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਕੋਲੋਂ ਹੁਣ ਲਵਾਂਗੇ ਇਜਾਜ਼ਤ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਸਿੰਪਲੀ ਗ੍ਰੇਟਸ ਦੇ ਵਿੱਚ ਫਿਰ ਦਰਸ਼ਨ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਪ੍ਰੋਗਰਾਮ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।